ਉਹ ਤਾਂ ਮਰ ਗਈ ਹੈ। ਉਹਨੇ ਕੁੜੀ ਜੰਮੀ ਵਿਚਾਰੀ ਨੇ, ਉਹਦੇ ਬਾਅਦ ਮੁੰਡਾ ਜੰਮਣ ਤੋਂ ਪਹਿਲਾਂ ਹੀ ਮਰ ਗਈ। ਤੇ ਬੰਦੇ ਨੂੰ ਮਜਬੂਰ ਹੋ ਕੇ ਉਹ ਲਾਨਤ ਪਾ ਫਿਰ ਇਹਦੇ ਤੇ, ਮਿਰਜ਼ਾਈਅਤ ਤੇ ਛੱਡ, ਇਸਲਾਮ ਕਬੂਲ ਕਰ ਲੈ। ਜਦੋਂ ਤੇਰੇ ਸਾਹਮਣੇ ਝੂਠੀ ਗੱਲ ਸਾਬਤ ਹੋ ਗਈ, ਕਹਿੰਦਾ अब ये मुतशाबिहात में से, इंज ਦੀਆਂ ਪੇਸ਼ਗੋਈਆਂ ਤੇ ਇੰਜ ਦੇ ਲਾਮ ਤੇ ਇੰਜ ਦੇ ਕਸ਼ਫ ਜੇ ਮੰਨਣਾ ਜੇ ਤੇ ਮੰਨੀ ਰੱਖੋ। ਮੁਸਲਮਾਨਾਂ ਆਪਣਾ ਕੰਮ ਕਰ ਛੜਿਆ। ਕਦੇ ਵੀ ਤੁਸੀਂ ਮਿਰਜ਼ਾਈਅਤ ਨੂੰ ਲੈ ਕੇ ਇਸਲਾਮ 'ਚ ਦਾਖਲ ਨਹੀਂ ਹੋਣ ਲੱਗੇ। ਇਹ ਮੁਖਰਜ ਮਿਨਲ ਮਿਲਲਾ ਹੀ ਰਹਿ ਕੇ ਤੇ ਮਾਈਨॉरिटी ਰਹਿ ਕੇ ਜ਼ਿੰਦਗੀ ਗੁਜ਼ਾਰਨੀ ਜੇ ਗੁਜ਼ਾਰੀ ਆ ਉਹ, ਵਰਨਾ ਤੁਹਾਡੇ ਸਾਹਮਣੇ हक और बातल बिल्कुल ਉਹਦੀ ਤਮੀਜ਼ ਹੋ ਗਈ। ਇਹਨੇ ਝੂਠੋ ਝੂਠ ਚੁਤਾਲੀਆ ਕੀਤਾ ਹੈ। ਜਿਹੜੀਆਂ ਝੂਠੀਆਂ ਗੱਪਾਂ ਇਹਨੇ ਲਿਖੀਆਂ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕਰੀ ਜਾ ਰਹੇ ਆ। ਤੁਸੀਂ ਇਹਨੂੰ ਫਾਲੋ ਕਰਨਾ ਕਰੀ ਰੱਖੋ। ਆਪਣੀ ਔਲਾਦ ਨੂੰ ਵੀ ਇਹ ਆ ਜੋ ਵੀ ਪੁੱਤਰਾ ਕਮਾਈ ਕਰੋ 16ਵਾਂ ਹਿੱਸਾ ਦੇ ਕੇ ਇਸ ਝੂਠ ਦੇ ਪਿੱਛੇ ਟੁਰੀ ਜਾਓ ਤਾਂ ਟੁਰੀ ਜਾਓ। ਸਾਡਾ ਕੀ ਨੁਕਸਾਨ ਹੈ? ਸਾਡੇ ਸਾਹਮਣੇ ਇਨਸ਼ਾਅੱਲਾ ਮੁਸਲਮਾਨਾਂ ਦੇ ਸਾਹਮਣੇ, ਇਸਲਾਮ ਦੇ ਸਾਹਮਣੇ, ਅਹਿਲੇ ਇਸਲਾਮ ਦੇ ਸਾਹਮਣੇ ਇਸ ਮਿਰਜ਼ਾਈਅਤ ਨੂੰ ਕਦੇ ਵੀ ਇਸਲਾਮ ਦਾ ਨਾਂ ਦਿੱਤਾ ਜਾ ਸਕਦਾ। हाँ, जर्मनी बह के, यूके बह के, कैनेडा बह के, यूएस बह के आखी जाओ हम अहमदी मुसलमान हैं, अस्सलाम वालेकुम रहमतुल्लाहि व बरकातहू कही जाओ, जो मर्जी करी जाओ। लेकिन मुसलमानों के सामने उत्थे कहते पाकिस्तान गली च लोग किसी ने सलाम आखिए साढ़े तो 295 लग जाती है। लो जी करो गल। मैं आया ਜਿਹੜਾ ਸਾਡਾ ਖੁਦਾ ਆ, ਜਿਹੜਾ ਸਾਨੂੰ ਹਿਫਾਜ਼ਤ ਦਿੰਦਾ ਸੀ, ਉੱਥੇ ਆਣ ਕੇ ਆਪਣਾ ਆਪ ਦੱਸਣਾ ਨਾ ਕਿ ਅਸੀਂ ਬੜੇ ਸੱਚੇ ਅਹਿਮਦੀ ਆ। ਇਹ ਇੰਗਲੈਂਡ ਨੇ ਤਾਂ ਸਾਡੀ ਜਮਾਤ ਬਣਾਈ ਹੈ। ਕਾਦੀਆਂ 'ਚ ਮਿਰਜ਼ਾ ਗੁਲਾਮ ਕਾਦੀਆਂ ਨੇ ਇਹਨੂੰ ਕਿੰਨੇ ਇਜਾਜ਼ਤ ਦਿੱਤੀ ਸੀ ਕਿ ਹਾਂ ਤੈਨੂੰ ਕੋਈ ਨਹੀਂ ਇੱਥੇ ਮਾਰਦਾ ਤੇ ਤੂੰ ਨਬੂਵਤ ਦਾ ਦਾਅਵਾ ਕਰਦੇ। ਮਿਰਜ਼ਾ ਗੁਲਾਮ ਕਾਦੀਆਂ ਨੇ ਜਿਸ ਵਕਤ ਬ੍ਰਿਟਿਸ਼ ਗਵਰਨਮੈਂਟ ਸੀ ਇੰਡੀਆ ਦੇ ਵਿੱਚ, ਉਸ ਵਕਤ ਨਬੀ ਦਾ ਹੋਣ ਦਾ ਦਾਅਵਾ ਕੀਤਾ। ਮੈਂ ਅਹਿਮਦੀ ਪਦਾਸ਼ੀ ਅਹਿਮਦੀ ਹਾਂ, ਠੀਕ ਹੈ। ਔਰ ਮੈਂ ਜਮਾਤ ਕਿਉਂ ਛੱਡੀ ਹੈ ਕਿ ਇਹ ਏਡੀ ਮੁਨਾਫਕ ਤਰੀਨ ਖਿਲਾਫਤ ਔਰ ਨਬੀ ਸਾਡਾ ਗੁਜ਼ਰਿਆ ਕਿ ਜਿਹੜਾ ਬੰਦਾ ਸੱਚ ਔਰ ਹੱਕ ਦੀ ਬਾਤ ਕਰੇਗਾ ਉਹਨੂੰ ਉਹਦਾ ਇੰਨਾ ਨੁਕਸਾਨ ਕਰਨਗੇ, ਇੰਨਾ ਦਬਾਉਣਗੇ ਕਿ ਤੁਸੀਂ ਸੋਚ ਨਹੀਂ ਸਕਦੇ। ਮੇਰਾ ਘਰ ਉਜਾੜਤਾ, ਮੈਨੂੰ ਜੇਲ੍ਹ ਪਹੁੰਚਾਈ, ਮੇਰਾ ਸਭ ਕੁਛ ਇਹਨਾਂ ਨੇ ਨਾ ਬਰਬਾਦ ਕਰਤਾ। ਮੈਂ ਤਾਂ ਵੀ ਨਹੀਂ ਡਰਿਆ। ਮੈਂ ਕਿਹਾ ਆਖਰੀ ਕੀ ਹੋਏਗਾ, ਜਾਨ ਚਲੇ ਜਾਏਗੀ ਤੇ ਕੋਈ ਗੱਲ ਨਹੀਂ, ਜਾਨ ਤਾਂ ਜਾਣੀ ਇੱਕ ਦਿਨ। ਤੇ ਇਹ ਚੀਜ਼ ਹੈ ਕਿ ਇਹਨਾਂ ਨੇ ਇੱਥੇ ਆਣ ਕੇ, ਮੈਂ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਕਸਮ ਖਾ ਕੇ ਕਹਿੰਦਾ ਕਿ ਕਦੀ ਜ਼ਿੰਦਗੀ 'ਚ ਮੈਂ ਪਹਿਲੇ ਪਾਕਿਸਤਾਨ 'ਚ ਇੰਗਲੈਂਡ ਆਉਣ ਤੋਂ ਪਹਿਲੇ ਨਹੀਂ ਸੀ ਸੁਣਿਆ ਕਿ ਖਤਮ ਨਬੂਵਤ ਦਾ ਮਤਲਬ ਆਖਰੀ ਨਬੀ ਨਹੀਂ ਹੈਗਾ। ਇਹਦਾ ਕੋਈ ਹੋਰ ਹੀ ਮਤਲਬ ਬਣਾ ਦਿੰਦੇ ਨੇ। ਜਿਸ ਤਰ੍ਹਾਂ ਮਸਜਿਦ ਨਬਵੀ ਪਤਾ ਨਹੀਂ ਕੀ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ। ਮੈਨੂੰ ਤਾਂ ਖੈਰ ਕੁਰਾਨ ਦੇ ਬਾਰੇ 'ਚ ਇੰਨਾ ਜ਼ਿਆਦਾ ਇਲਮ ਨਹੀਂ ਹੈਗਾ। ਇਹ ਕੁਰਾਨ ਨੂੰ ਵੀ ਆਪਣੇ ਫਾਇਦੇ ਵਾਸਤੇ ਤੋੜ ਮਰੋੜ ਕੇ ਨਾ ਕਿ ਸਿਰਫ ਮਿਰਜ਼ਾ ਗੁਲਾਮ ਕਾਦੀਆਂ ਨੇ ਨਬੀ ਨਾ, ਉਹਦੀ ਸ਼ਕਲ ਦੇ ਲਓ ਸਿੱਖਾਂ ਤੋਂ ਵੀ ਭੈੜੀ ਸ਼ਕਲ। ਮੈਂ ਸਿੱਖ ਵੇਖੇ ਨੇ ਉਹ ਵੀ ਕੋਈ ਸੈਟਮੈਂਟ ਹੋ ਕੇ ਨਾ ਦਾੜੀ ਸ਼ਾੜੀ ਸੈੱਟ ਰੱਖਦੇ ਨੇ। ਇੱਕ ਮੁਸਲਮਾਨ ਤੋਂ ਹੈਗਾ, ਨਬੀ ਹੈਗਾ, ਤੈਨੂੰ ਨਾ ਦਾੜੀ ਤੇਰੀ ਨਾ ਤੈਨੂੰ ਖਲੋਣ ਦਾ ਪਤਾ। ਇਹਨੂੰ ਦੇਖੋ ਇੱਕ ਚੇਅਰ ਦੇ ਨਾਲ ਇਹਨੇ ਟੇਕ ਲੈ ਕੇ ਤਾਂ ਖੜਾ ਹੋਇਆ ਕਿ ਜਿਸ ਤਰ੍ਹਾਂ ਬੰਦਾ ਕੋਈ ਅਬ ਨਾਰਮਲ ਨਹੀਂ ਹੁੰਦਾ, ਜਿਸ ਤਰ੍ਹਾਂ ਕੋਈ ਡਰੰਕ ਹੁੰਦਾ ਹੈ ਜਾਂ ਕੋਈ ਨਸ਼ੇ 'ਚ ਹੁੰਦਾ ਹੈ। ਇਸ ਤਰੀਕੇ ਨਾਲ ਤਸਵੀਰ ਬਣਾਈ ਤਾਂ ਸੀ ਉਹਨੂੰ। ਅਹਿਮਦੀ ਜਿਹੜੇ ਨੇ ਇੱਥੇ ਯੂਰਪ ਦੇ ਵਿੱਚ ਮੈਂ ਅੱਛੀ ਤਰ੍ਹਾਂ ਜਾਣਨਾ ਕਿ ਹਜ਼ਾਰ ਅਹਿਮਦੀ ਤੰਗ ਆ ਚੁੱਕੇ ਨੇ, ਗਾਲਾਂ ਕੱਢਦੇ ਨੇ। ਅਗਰ ਕੋਈ ਮੁਸਲਮਾਨ ਥੱਕੇ ਤੋਂ ਥੱਕਾ ਵੀ ਮੁਸਲਮਾਨ ਲੈ ਲਓ ਨਾ, ਘਟੀਆ ਤੋਂ ਵੀ ਘਟੀਆ, ਉਹ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ ਕੋਈ ਐਸਾ ਗੁਸਤਾਖੀ ਵਾਲਾ ਲਫ਼ਜ਼ ਨਹੀਂ ਕੱਢੇਗਾ। ਮੈਂ ਅਹਿਮਦੀਆਂ ਮੈਂ ਲਾਨਤ ਭੇਜਣਾ ਕਿ ਇਹ ਮਿਰਜ਼ੇ ਦੇ ਉੱਤੇ ਕਿ ਇਹ ਹੁਣ ਗਾਲ ਦਿਨ ਮੈਂ ਸੁਬਹ ਕੱਢਦਾ, ਹਾਲੇ ਮੈਂ ਉੱਠਿਆ ਇਸ ਮੂੰਹ ਹੀ ਧੋਤਾ। ਇਹ ਮਿਰਜ਼ਾ ਜਿਹੜਾ ਆਪਣੇ ਆਪ ਨੂੰ ਮੈਂ ਖਲੀਫਾ ਇਸਲਾਮ ਆ, ਮੈਂ ਅੱਲਾ ਦਾ ਖਲੀਫਾ, ਤੇਰੀ ਦਿੱਤਾ ਭੈਣ ਦੇ ਕਿ ਤੂੰ ਕੋਈ ਇਨਸਾਨਾਂ ਵਾਲੇ ਤੇਰੇ 'ਚ ਮੈਂ ਕੰਮ ਵੇਖਿਆ ਕਿਉਂਕਿ ਮੈਨੂੰ ਗਾਲਾਂ ਕੱਢਦੇ ਨਾ ਤੇ ਮੈਂ ਹੁਣ ਮੇਰੀ ਗੱਲ ਸੁਣੋ। ਜਿਹੜਾ ਬੰਦਾ ਇੱਕ ਮਿੰਟ ਬਿਸ਼ਾਰਤ ਸਾਹਿਬ ਰੁਕੋ ਇੱਕ ਮਿੰਟ। ਜਿਹੜਾ ਬੰਦਾ ਨਜ਼ੀਰ ਭਾਈ ਇਸ ਬੰਦੇ ਦੀ ਪਹਿਲੇ ਤੁਸੀਂ ਜ਼ਿਹਨੀ ਮਾਮਲਾਤ ਨੂੰ ਸਮਝੋਗੇ ਤੇ ਫੇਰ ਹੋਏਗਾ। ਥੋੜਾ ਜਿਹਾ ਮੈਨੂੰ ਪਤਾ ਹੈ ਇਹਨਾਂ ਨੂੰ ਬਹੁਤ ਜ਼ੁਲਮ ਕੀਤੇ ਨੇ, ਜਮਾਤ ਨੇ ਬਹੁਤ ਜ਼ੁਲਮ ਕੀਤੇ। ਮੈਨੂੰ ਥੋੜਾ ਜਿਹਾ ਪਤਾ ਹੈ, ਪਰ ਮੈਂ ਇਹਨਾਂ ਨੂੰ ਕੱਲ ਗੱਲ ਕਰਦਿਆਂ ਵੇਖਿਆ ਉਹ ਸੋਫੀਆ ਸਿਸਟਰ ਦੀ ਬਰਾੜ ਦੇ ਉੱਤੇ। ਮੈਂ ਉੱਥੇ ਆਉਣਾ ਚਾਹੁੰਦਾ ਸੀ, ਮੈਂ ਬਾਰ-ਬਾਰ ਮੈਂ ਕਿਸੇ ਬਰਾੜ ਤੇ ਨਹੀਂ ਜਾ ਕੇ ਕਹਿੰਦਾ ਮੈਨੂੰ ਲੈ ਲਓ। ਉਹਨੂੰ ਮੈਂ ਕਹਿੰਦਾ ਰਿਹਾ ਮੈਨੂੰ ਲੈ। ਉਹ ਜਿਹੜਾ ਤਨਵੀਰ ਖਾਜਾ ਨਾ ਸ਼ਾਪ ਸ਼ੂਟਰ, ਇੱਕ ਵਾਰੀ ਉਹਨੂੰ ਬੁਲਾਓ। ਜਿਹੜੀਆਂ ਉਹਨੇ ਗੱਲਾਂ ਕੱਲ ਕੀਤੀਆਂ ਨੇ ਉੱਥੇ ਸੋਫੀਆ ਸਿਸਟਰ ਦੀ ਬਰਾੜ ਦੇ ਉੱਤੇ, ਉਹਨੂੰ ਕਹੋ ਇੱਥੇ ਮੇਰੇ ਸਾਹਮਣੇ ਆ ਕੇ ਕਹੋ। ਜਿਹੜੇ ਉਹ ਬਕਵਾਸ ਕਰਦਾ ਰਿਹਾ ਹੈ ਕਿ ਬਈ ਤੂੰ ਔਰਤ ਨੂੰ ਚਪੇੜ ਮਾਰਤੀ ਏ ਤੇ ਤੂੰ ਤੇਰਾ ਜਮਾਤ ਅਹਿਮਦੀਆ 'ਚ ਕੰਮ ਹੀ ਕੋਈ ਨਹੀਂ। ਤੁਹਾਡੇ ਮਿਰਜ਼ਾ ਕਾਦੀਆਨੀ ਨੇ ਖੁਦ ਲਿਖਿਆ ਹੈ ਸੂਰਾ ਨਿਸਾ ਦੀ ਆਇਤ ਨੰਬਰ 35 ਦੀ ਤਫਸੀਰ 'ਚ ਕਿ ਅਗਰ ਔਰਤ ਇਹੋ ਜਿਹੀ ਹੋਵੇ ਜਿਸ ਤਰ੍ਹਾਂ ਉਹਨੇ ਤੁਹਾਨੂੰ ਆ ਕੇ ਕਿਹਾ ਕਿ ਮੈਂ ਆਪਣੇ ਯਾਰ ਨੂੰ ਮਿਲ ਕੇ ਆ ਰਹੀ ਹਾਂ, ਜਾ ਜੋ ਹੁੰਦਾ ਹੀ ਕਰ ਲੈ। ਖੁਦ ਮਿਰਜ਼ਾ ਕਾਦੀਆਨੀ ਨੇ ਸੂਰਾ ਨਿਸਾ ਦੀ ਆਇਤ 35 ਦੀ ਤਫਸੀਰ 'ਚ ਖੋਲ ਕੇ ਵੇਖੋ ਲਿਖਿਆ। ਪਹਿਲਾਂ ਉਹਨੂੰ ਸਮਝਾਓ, ਫਿਰ ਉਹਦੇ ਤੋਂ ਬਿਸਤਰ ਲੈਦਾ ਕਰ ਲਓ, ਯਾਨੀ ਉਹਦੇ ਨਾਲ ਹਮ ਬਿਸਤਰੀ ਛੋੜ ਦਿਓ, ਫਿਰ ਵੀ ਬਾਅਦ ਨਾਲ ਫਿਰ ਉਹਨੂੰ ਮਾਰੋ। ਮਿਰਜ਼ਾ ਕਾਦੀਆਨੀ ਵੀ ਲਿਖਿਆ ਹੈ, ਉਹਨੇ ਮਿਰਜ਼ਾ ਕੀਮ ਨੂਰਦੀਨ ਨੇ ਵੀ ਲਿਖਿਆ ਹੈ। ਉਹ ਜਿਹੜਾ ਬੰਦਾ ਤੁਹਾਨੂੰ ਰਾਤੀ ਕਹਿੰਦਾ ਪਿਆ ਸੀ
ਕਿ ਜੀ ਤੁਸੀਂ ਉਹਨੂੰ ਹੱਥ ਉਠਾਇਆ, ਔਰਤ ਤੇ ਹੱਥ ਉਠਾਇਆ, ਉਹ ਤੈਨੂੰ ਨਹੀਂ ਪਤਾ ਯੂਰਪ ਹੈ, ਔਰਤ ਤੇ ਹੱਥ ਉਠਾਇਆ, ਤੇਰਾ ਜਮਾਤੇ ਅਹਿਮਦੀਆ 'ਚ ਕੰਮ ਹੀ ਕੋਈ ਨਹੀਂ। ਐਂ ਕਹਿ ਰਿਹਾ ਸੀ ਨਾ ਕੱਲ। ਉਹਨੂੰ ਬੁਲਾਓ ਇੱਕ ਵਾਰੀ, ਤਨਵੀਰ ਖਾਜਾ ਨੂੰ, ਉਹਦੀ ਮੈਂ ਤਬੀਅਤ ਸਾਫ਼ ਕਰਾਂ। ਜਿਹੜਾ ਕਹਿੰਦਾ ਸੀ ਔਰਤ ਤੇ ਹੱਥ ਉਠਾਇਆ, ਉਹਦਾ ਖੁਦ ਮਿਰਜ਼ਾ ਕਾਦੀਆਨੀ ਲਿਖ ਕੇ ਗਿਆ ਕਿ ਉਹਨੂੰ, ਔਰਤ ਨੂੰ ਤੁਸੀਂ ਮਾਰ ਸਕਦੇ ਹੋ ਅਗਰ ਉਹ ਬਾਜ਼ ਨਹੀਂ ਆਉਂਦੀ ਜਾਂ ਉਹ ਐਸੀ ਬੇਹਯਾਈ ਦੇ ਮੁਰਤਕਿਬ ਵੀ ਹੁੰਦੀ ਹੈ ਜਿਸ ਤਰ੍ਹਾਂ ਦੀ ਗੱਲ ਤੁਸੀਂ ਕੱਲ ਉਹਨੂੰ ਸੁਣਾਈ ਹੈ। ਉਹਦੇ ਬਾਅਦ ਅਗਰ ਉਹ ਕਹਿੰਦਾ ਹੈ ਕਿ ਤੂੰ ਹੱਥ ਉਠਾਇਆ ਤੇ ਤੇਰਾ ਜਮਾਤੇ ਅਹਿਮਦੀਆ 'ਚ ਕੰਮ ਹੀ ਕੋਈ ਨਹੀਂ, ਤੇ ਪਹਿਲਾਂ ਜਮਾਤੇ ਅਹਿਮਦੀਆ 'ਚ ਮਿਰਜ਼ਾ ਕਾਦੀਆਨੀ ਨੂੰ ਕੱਢੋ। ਜਿਹੜਾ ਆਂਦਾ ਹੈ ਐਸੀ ਔਰਤ ਨੂੰ ਮਾਰੋ, ਪਹਿਲਾਂ ਉਹਨੂੰ ਨਸੀਹਤ ਕਰੋ, ਫਿਰ ਉਹਦੇ ਤੋਂ ਬਿਸਤਰ ਲਾਇਆ ਕਰੋ, ਫਿਰ ਉਹਨੂੰ ਮਾਰੋ। ਅਰ-ਰਿਜਾਲ ਕਵਾਮੂਨ ਅਲਨ ਨਿਸਾ, ਇਸ ਆਇਤ ਦੀ ਤਫਸੀਰ 'ਚ ਕੀ ਲਿਖਿਆ ਮਿਰਜ਼ਾ ਕਾਦੀਆਨੀ, ਖੋਲ ਕੇ ਵੇਖੋ। ਇਸ ਗੱਲੇ ਉਹ ਬੰਦਾ ਜਿਹੜਾ ਨਾ ਜਿਨ੍ਹਾਂ ਤੁਹਾਡੀ ਇਹੋ ਜਿਹੀ ਹਾਲਤ ਕੀਤੀ ਹੈ, ਜ਼ਿਹਨੀ ਤੁਹਾਨੂੰ ਡਿਪਰੈਸ਼ਨ ਦਿੱਤੀ ਹੈ, ਜਾਂ ਜਿਹੜੇ ਤੁਹਾਡੇ ਨਾਲ ਬਦਤਮੀਜ਼ੀ ਕਰਦੇ ਰਹੇ ਨੇ, ਜਾਂ ਕੱਲ ਤੱਕ ਜਿਹੜਾ ਕਰ ਰਿਹਾ ਸੀ, ਕਿਹੜੇ ਸਾਡੇ ਸਾਹਮਣੇ ਉਹਨਾਂ ਨੂੰ ਬਾਓ। ਉਹ ਤੁਹਾਡੇ ਨਾਲ ਕੱਲਿਆਂ ਕਰ ਲੈਂਦੇ ਨੇ ਕਿਉਂਕਿ ਤੁਸੀਂ ਉਹ ਦੇਸੀ ਬੰਦੇ, ਤੁਹਾਡੇ ਕੋਲ ਇੰਨਾ ਨੌਲੇਜ ਨਹੀਂ ਇਹਨਾਂ ਦੀਆਂ ਕਿਤਾਬਾਂ ਦਾ। ਖੁਦ ਮਿਰਜ਼ਾ ਕਾਦੀਆਨੀ ਨੇ ਉਹੀ ਗੱਲਾਂ ਲਿਖੀਆਂ ਨੇ, ਇਹ ਉਹਨਾਂ ਤੋਂ ਵੀ ਮੁਕਰੇ ਪਏ ਨੇ। ਸੋ ਉਹਨੂੰ ਤਨਵੀਰ ਖਾਜਾ ਨੂੰ ਅਗਰ ਤੁਹਾਡੇ ਕੋਲੇ ਕੋਈ ਨੰਬਰ ਹੋਵੇ ਉਹਦਾ, ਜਾਂ ਉਹਦੇ ਨਾਲ ਬਰਾਡ ਸ਼ੇਅਰ ਕੀਤੀ ਜਾ ਸਕਦੀ ਹੈ ਸ਼ਾਰਪ ਸ਼ੂਟਰ, ਉਹਨੂੰ ਬੁਲਾਓ। ਮੈਂ ਉਹਨੂੰ ਪੁੱਛਾਂ। ਆਮਰ ਭਾਈ, ਇਹਨਾਂ ਦੀ ਸਟੋਰੀ ਜਿਹੜੀ ਹੈ ਨਾ ਕਿ ਇਹ ਬੰਦਾ ਉਸ ਅਸਾਲਟ ਦੇ ਵਿੱਚ ਯੂਕੇ 'ਚ ਅਰੈਸਟ ਹੋ ਕੇ ਅੰਦਰ ਚਲਾ ਗਿਆ ਵਿਚਾਰਾ ਜੇਲ੍ਹ 'ਚ। ਜਮਾਤ ਇਹਨੂੰ ਕੋਈ ਏਡ ਪ੍ਰੋਵਾਈਡ ਕਰਨ ਦੀ ਬਜਾਏ, ਕੋਈ ਕਾਉਂਸਲ ਪ੍ਰੋਵਾਈਡ ਕਰਨ ਦੀ ਬਜਾਏ, ਕੋਈ ਇਸ ਮੁਸੀਬਤ ਦੇ ਮਾਰੇ ਬੰਦੇ ਨੂੰ ਹੁਣ ਅੰਦਰ ਹੋ ਗਿਆ ਤੇ ਉਹਨਾਂ ਨੇ ਕੀ ਕਰਨਾ? ਜ਼ਾਹਿਰ ਹੈ ਜਿਹੜਾ ਬੰਦਾ ਅੰਦਰ ਹੋਇਆ ਉਹਨੂੰ ਤੁਸੀਂ ਕੋਈ ਨਾ ਕੋਈ ਏਡ ਕੰਫਰਟ ਪ੍ਰੋਵਾਈਡ ਕਰਦੇ ਹੋ ਉਹਦੀ ਰਿਕਵਰੀ ਵਾਸਤੇ, ਕੋਈ ਉਹਦੀ ਕਾਉਂਸਲਿੰਗ, ਕੋਈ ਕਿਸੇ ਕਿਸਮ ਦੀ। ਉਲਟਾ ਉਹਨਾਂ ਨੇ ਉਹਨੂੰ ਜਮਾਤ 'ਚੋਂ ਖਾਰਜ ਕਰਤਾ। ਅੰਦਾਜ਼ਾ ਕਰੋ ਕਿ ਇੱਕ ਬੰਦੇ ਦਾ ਅਗਰ ਕ੍ਰਿਮੀਨਲ ਰੈਕਡ ਹੋ ਗਿਆ ਤੇ ਉਹਨੂੰ ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਜਮਾਤ 'ਚੋਂ ਖਾਰਜ ਕਰ ਦਿਓ। ਯਾਨੀ ਇਹ ਉਹਨਾਂ ਦਾ ਕਿਸੇ ਕੈਦੀ ਦੇ ਨਾਲ ਇੱਕ ਬੰਦਾ ਅਗਰ ਮੁਸ਼ਕਿਲ ਹਾਲਾਤ ਦੇ ਵਿੱਚ ਆ ਗਿਆ ਹੈ ਤੇ ਇਹ ਉਹਦੇ ਨਾਲ ਲਵ ਫਾਰ ਆਲ ਤੇ ਹੇਟਡ ਫਾਰ ਨਨ ਦਾ ਫਾਰਮੂਲਾ ਅਪਲਾਈ ਹੋ ਰਿਹਾ ਜੀ। ਦੱਸੋ, ਦੁਨੀਆ ਦੇ ਵਿੱਚ ਕੈਦੀਆਂ ਦੇ ਨਾਲ ਹਮਦਰਦੀ ਕੀਤੀ ਜਾਂਦੀ ਹੈ, ਉਹਨਾਂ ਵਾਸਤੇ ਤੁਸੀਂ ਕੋਸ਼ਿਸ਼ ਕਰਦੇ ਹੋ ਕੋਈ ਸਾਈਕੋਲੋਜੀਕਲ ਰਿਕਵਰੀ, ਕੋਈ ਐਨੀਥਿੰਗ ਯੂ ਕੈਨ ਡੂ। ਲੇਕਿਨ ਜਮਾਤ ਨੇ ਪਹਿਲਾ ਕੰਮ ਕੀਤਾ ਕਿ ਜਮਾਤ 'ਚ ਫਾਰਗ ਕਰ, ਕਿਉਂਕਿ ਅਸੀਂ ਇਹਨੂੰ ਓਨ ਨਹੀਂ ਕਰਨਾ ਚਾਹੁੰਦੇ। ਵਾਟ ਅ ਵੀਅਰਡ ਥਿੰਗ। ਦੁਨੀਆ ਦੇ ਕਿਧਰੇ ਨਹੀਂ ਹੁੰਦਾ ਇਸ ਤਰ੍ਹਾਂ। ਅਤੇ ਬਾਅਦ 'ਚ ਜਿਹੜੇ ਗੁਲਾਮ ਅਹਿਮਦੀ ਹੈ ਨਾ, ਜਿਨ੍ਹਾਂ ਦਾ ਜ਼ਿਹਨ ਗੁਲਾਮੀ 'ਚ ਬਹੁਤ ਹੀ, ਉਹਨਾਂ ਨੂੰ ਚੰਦਾ ਲੱਭਦਾ, ਪੈਸਾ ਲੱਭਦਾ। ਆਮ ਅਹਿਮਦੀ ਤੇ ਇਹਨਾਂ ਦੀ ਮਾਂ ਭੈਣ ਇੱਕ ਕਰਕੇ ਰੱਖੀ ਆ ਕਾਦੀਆਨੀ ਦੀ, ਮਰਜ਼ੀਆਂ ਦੀ। ਮੈਂ ਵੀ ਅਹਿਮਦੀ ਬਚਪਨ 'ਚੋਂ, ਮੈਂ ਕਿਉਂਕਿ ਉਹਨਾਂ ਦੇ ਖਿਲਾਫ, ਕਿਉਂਕਿ ਮੈਨੂੰ ਕੋਈ ਮਫਾਦ ਨਹੀਂ, ਕੋਈ ਫਾਇਦਾ ਨਹੀਂ। ਮੈਨੂੰ ਜੋ ਕੁਛ ਮੈਨੂੰ ਦਿੱਤਾ ਜਾਂ ਮੈਨੂੰ ਮਿਲਿਆ, ਮੇਰੇ ਅੱਲਾ ਦੇ ਫਜ਼ਲ ਨਾਲ ਮਿਲਿਆ। ਔਰ ਸਾਨੂੰ ਇੱਥੇ ਆਪਣੇ ਇਬਾਦਤ ਗਾਹਾਂ 'ਚ ਜਿਹੜੇ ਭੈਣ ਚੋਦ ਬਣਾਏ ਨੇ ਇਹਨਾਂ ਨੇ, ਮੰਗਣ ਵਾਲੇ ਡਰਾਮੇ, ਉੱਥੇ ਆਪਣੇ ਮੌਲਵੀ ਗਾਲ ਨਹੀਂ ਕੱਢੀ ਬ੍ਰਦਰ, ਪਿਆਰੇ ਗਾਲ ਨਹੀਂ ਕੱਢੀ, ਬਿਲਕੁਲ ਗਾਲ ਕੱਢਦਾ ਸੀ। ਅਸੀਂ ਉਹਦੇ ਉਮਤੀਆਂ ਤੇ ਸਾਨੂੰ ਆਦਤ ਪਈ ਆ, ਤੇ ਹੁਣ ਉਹਦੇ ਤੇ ਲਾਨਤ ਭੇਜ ਕੇ ਇੱਧਰ ਹੋਇਆ ਨਾ, ਤੇ ਹੁਣ ਨਹੀਂ ਗਾਲਾਂ ਕੱਢਾਂਗੇ ਇਨਸ਼ਾਅੱਲਾ। ਪਹਿਲੇ ਸਾਡੀ ਜਮਾਤ 'ਚ ਗਾਲਾਂ, ਮੈਨੂੰ ਵੇਖ ਲਓ, ਜਿਹੜਾ ਵੀ ਆਏਗਾ ਇਹ ਫਲਾਣਾ ਹੋ ਗਿਆ, ਇਹ ਉਹ ਹੋ ਗਿਆ। ਇਹ ਇੱਕ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੰਨਣ ਵਾਲੇ ਨੂੰ ਤੁਸੀਂ ਕਿਸ ਤਰ੍ਹਾਂ ਮੁਰਤਦ ਕਹਿੰਦੇ ਜੇ? ਮਿਰਜ਼ਾ ਗੁਲਾਮ ਕਾਦੀਆਨੀ ਉਹਦੇ ਤੇ ਲਾਨਤ ਭੇਜਣ ਵਾਲੇ ਨੂੰ ਕਹੋ ਕਿ ਇਹ ਸਹੀ ਬੰਦਾ ਹੈਗਾ, ਉਹਨੂੰ ਕਹਿੰਦੇ ਤੂੰ ਮੁਰਤਦ ਹੋ ਗਿਆ, ਤੂੰ ਮਿਰਜ਼ਾ ਗੁਲਾਮ ਕਾਦੀਆਨੀ ਮੰਨਦਾ। ਮੈਂ ਨਹੀਂ, ਮੈਂ ਹਜ਼ਾਰਾਂ ਲੋਕਾਂ ਨੂੰ ਜਾਣਦਾ, ਜਰਮਨੀ 'ਚ ਵੀ, ਇੰਗਲੈਂਡ 'ਚ ਵੀ। ਮੇਰੇ ਨਾਲ ਫੋਨ ਤੇ ਵੀ ਗੱਪ ਹੁੰਦੀ ਹੈ, ਵੈਸੇ ਹੀ ਮਿਲਦੇ ਨੇ। ਉਹ ਕਸਮ ਖੁਦਾ ਦੀ ਇਤਨੇ ਤੰਗ ਨੇ, ਮੈਂ ਉਹਨਾਂ ਨੂੰ ਕਹਿੰਦਾ ਕਿ ਛੋੜ ਦਿਓ, ਸਿਰਫ ਉਹਨਾਂ ਦੀ ਮਜਬੂਰੀਆਂ, ਕਿਸੇ ਦੀ ਭੈਣ ਭਰਾ ਇੱਧਰ ਉੱਧਰ ਉਹਨਾਂ ਦੀ ਸ਼ਾਦੀਆਂ ਹੋਈਆਂ ਨੇ। ਉਹ ਇਤਨੇ ਜ਼ਾਲਮ, ਇਹ ਅੱਲਾ ਦੀ ਜਮਾਤ ਹੈ। ਲਾ ਫਰ ਮੁਹੱਬਤ ਸਾਹਿਬ ਕੇ ਲਈ ਨਫ਼ਰਤ ਕਿਸੇ ਸੇ ਨਹੀਂ ਕਰਤੇ। ਅਹਿਮਦੀ ਜਿਹੜੇ ਸੁਣ ਰਹੇ ਨੇ ਉਹ ਕੰਨਾਂ ਨੂੰ ਹੱਥ ਲਾਉਣਗੇ ਕਿ ਵਾਕਈ ਬਸ਼ਾਰਤ ਸਹੀ ਕਹਿ ਰਿਹਾ। ਔਰ ਉਹ ਮੈਨੂੰ ਵੀ ਜਾਣਦੇ ਨੇ। ਤੇ ਇਹ ਜਿਹੜੇ ਟੱਟੂ ਹੈਗੇ ਨਾ, ਇਹਨਾਂ ਦੇ ਜਿਹੜੇ ਚਮਚੇ ਨੇ, ਉਹ ਕਦੀ ਜ਼ਿੰਦਗੀ ਜਿਨ੍ਹਾਂ ਨੇ ਵੇਖੇ। ਜਦੋਂ ਮੈਂ 14 ਸਾਲ ਆਪਣੀਆਂ ਜੁੱਤੀਆਂ ਦੀਆਂ ਅੱਡੀਆਂ ਰਗੜ ਲਈਆਂ, ਦਫ਼ਤਰਾਂ ਚੱਕਰ ਲਾ ਕੇ, ਮਿਰਜ਼ੇ ਦੇ ਪਿੱਛੇ ਖੱਤ ਤੁੰਨ ਕੇ, ਇਸ ਬਗੈਰਤ ਦੇ ਬੱਚੇ ਨੂੰ ਕੋਈ ਸ਼ਰਮ ਨਹੀਂ ਆਈ ਕਿ ਮੈਂ ਅੱਲਾ ਦਾ ਖਲੀਫਾ ਹਾਂ। ਉਹ ਘੁੱਗੂ ਘੋੜਾ ਬਣ ਕੇ ਸਿਰਫ ਇੱਕ ਖੁਤਬਾ ਲਿਖਿਆ ਲਿਖਾਇਆ ਜਾ ਕੇ ਉੱਤੇ ਪੜ੍ਹ ਦਿੰਦਾ, ਉਹ ਤਾਂ ਮੈਂ ਵੀ ਪੜ੍ਹ ਸਕਦਾ। ਤੇ ਜੇ ਅਗਰ ਨਬੀ ਨਬੂਵਤ ਹੋਰ ਆ ਸਕਦੀ ਹੈ ਤਾਂ ਫਿਰ ਮਿਰਜ਼ਾ ਕਿਉਂ ਸਟਿਲ ਹਾਲੇ ਤੱਕ ਉਹਨੂੰ ਫੜ ਕੇ ਬੈਠੇ? ਕੋਈ ਨਵਾਂ ਨਬੀ ਕਿਉਂ ਨਹੀਂ ਮੰਨਦੇ? ਇਹ ਇਸ ਤਰ੍ਹਾਂ ਇਹਨਾਂ ਨੇ ਜ਼ੇਨ ਕੁਛ ਇਹਨਾਂ ਨੇ ਨਹੀਂ ਕੀਤਾ, ਸਿਰਫ ਇਹਨਾਂ ਨੇ ਆਪਣੇ ਸਿਸਟਮ 'ਚ ਐਸਾ ਗੁਲਾਮ ਬਣਾ ਲਿਆ ਅਹਿਮਦੀਆਂ ਨੂੰ ਕਿ ਨਾ ਉਹ ਛੱਡਣ ਤਾਂ ਵੀ ਨੁਕਸਾਨ, ਨਾ ਉਹਨਾਂ ਦੇ ਨਾ ਰਹਿਣ ਤੇ ਤਾਂ ਵੀ ਜ਼ਲੀਲ ਹੁੰਦੇ ਨੇ। ਇਹਨਾਂ ਜਦੋਂ ਕੋਈ ਸਾਨੂੰ ਅਹਿਮਦੀਆਂ ਨੂੰ ਸਹੀ ਤਰ੍ਹਾਂ ਤਹਫਜ਼ ਮਿਲ ਗਿਆ ਨਾ ਕਿ ਮੈਂ ਮਿਰਜ਼ਾ ਗੁਲਾਮ ਕਾਦੀਆਨੀ ਤੇ ਲਾਨਤ ਭੇਜ ਦਿੱਤੀ ਤੇ ਮੈਂ ਮੁਹੰਮਦ ਸੱਲੱਲਾਹੁ ਦਾ ਉਮਤੀ ਬਣ ਗਿਆ, ਉਹਦਾ ਜੀਣਾ ਮਰਨਾ ਹਰਾਮ ਕਰ ਦੇਣਗੇ ਅਹਿਮਦੀ ਪੂਰੀ ਦੁਨੀਆ 'ਚ। ਕਿਉਂਕਿ ਇਹਨਾਂ ਨੂੰ ਹਰਾਮ ਦਾ ਪੈਸਾ ਹੁੰਦਾ ਨਾ, ਕੋਈ ਕਮਾਉਂਦੇ ਥੋੜਾ ਨੇ। ਉਹ ਚੰਦਾ ਦੇ ਦੇ, ਹਜ਼ੂਰ ਨੇ ਫਰਮਾਇਆ आप जन्नत में चल जाएंगे, आपके घर बरकत आ जाएगी। एक औरत के पास पता नहीं एक बकरी थी, उसने हज़म मिर्ज़ा बशीरुद्दीन या हज़म सिम अलैहिस्सलाम को चंदे में वो दे दी, और रात को उसके घर ये आ गया।
ਮੈਂ ਕਹਿੰਦਾ ਕਿ ਮਿਰਜ਼ਾ ਨੂੰ ਮੰਨਣ ਵਾਲਿਆਂ ਦਾ ਘਰ ਬਰਬਾਦ ਹੁੰਦੇ ਜਾ ਰਹੇ ਨੇ। ਇਹ ਐਡਾ ਲਾਨਤੀ ਨਬੀ ਹੈ। ਸਲਾਮ ਅਮਰ ਭਾਈ, ਆਪ ਮੌਜੂਦ हैं? ਜੀ ਮੌਜੂਦ ਹਾਂ ਗੱਲ। ਇੱਕ ਸਵਾਲ ਪੁੱਛਣਾ ਸੀ ਤੁਹਾਡੇ ਕੋਲੋਂ। ਮੈਂ ਖਬਰ ਸੁਣੀ ਹੈ ਤੇ ਪੜ੍ਹੀ ਹੈ ਡਾਨ ਨਿਊਜ਼ ਅਖਬਾਰ ਤੇ। ਉਹ ਭਾਈ ਉਹ ਗੱਲ ਕਰ ਰਿਹਾ ਸੀ, ਉਹਦੀ ਗੱਲ ਜਿਹੜੀ ਉਹ ਲੰਬੀ ਆ ਬਹੁਤ। ਅਜ਼ੀਜ਼ਾ ਭਾਈ ਨਹੀਂ ਤੈਨੂੰ ਕੋਈ ਤਮੀਜ਼ ਹੈ ਵੀ ਇੱਕ ਬੰਦਾ ਗੱਲ ਕਰ ਰਿਹਾ ਤੁਹਾਨੂੰ ਗੱਲ ਬਾਕੀ ਵੀ ਤਾਂ ਬੈਠੇ ਚੁੱਪ ਕਰਕੇ। ਮੈਂ ਪਰਮਿਸ਼ਨ ਲਈ ਹੈ ਨਾ। ਉਹ ਬੰਦਾ ਉਹ ਬਾਅਦ ਤੇ ਪਰਮਿਸ਼ਨ ਲਈ ਕਿ ਅਮਨ ਨਜ਼ੀਰ ਇੱਥੇ ਬਾਦਸ਼ਾਹ ਲੱਗਿਆ ਪਰਮਿਸ਼ਨ ਲਈ ਨਜ਼ੀਰ ਬਾਦਸ਼ਾਹ ਨੇ ਬੰਦ ਕਰ ਮਾਈਕ ਨੂੰ ਗੱਲ ਪੂਰੀ ਕਰ ਲੈਣ ਤੇ ਬਾਅਦ ਚ ਕਰੀ ਆਪਣੀ। ਬੰਦੇ ਨੂੰ ਇਨਵਾਈਟ ਕੀਤਾ बड़े है ना हमारे। अच्छा मैं म्यूट करता हूं यार, रॉन्ग नंबर साहब। स्पेशल ਬੰਦ ਕਰ ਮਾਈਕ ਬੰਦ ਕਰ, ਲਾ ਥੱਲੇ ਮਾਰਨਾ ਤੈਨੂੰ ਆ ਕੇ ਵਿੱਚ ਐਵੇਂ ਚੁੱਕ ਕੇ ਸ਼ੁਰੂ ਹੋ ਜਾਂਦਾ ਵਿੱਚ। ਕਰ ਜਾ। ਅਗਰ ਕੋਈ ਕਾਦੀਆਂ ਨਹੀਂ ਆਇਆ ਨਾ, ਉਹਨੂੰ ਬਿਲਕੁਲ ਇੰਨੀ ਇੱਜ਼ਤ ਨਾ ਦਿਓ ਕਿ ਮੈਂ ਅਹਿਮਦੀ ਹੁੰਦਿਆਂ ਹੋਇਆਂ ਵੀ ਕੱਲ ਪਰਸੋਂ ਤੱਕ ਮੈਂ ਮਿੰਨਤਾਂ ਪਹਿਲੇ ਨਬੀ ਖਲੀਫਾ ਦੀਆਂ, ਜਿਹੜਾ ਮਿਰਜ਼ਾ ਮਫਰੂਰ ਬੈਠਾ ਜਾਲੀ, ਜਿਹਨੂੰ ਪਤਾ ਹੀ ਨਹੀਂ ਇਸਲਾਮ ਦਾ ਕਿਸੇ ਮਜ਼ਹਬ ਦਾ, ਉਹ ਓਤਾ ਬੋਤਾ ਨੂੰ ਇੱਕ ਖੁਤਬਾ ਲਿਖ ਕੇ ਦੇ ਦਿਓ। ਉਹ ਮਰਸਡੀਜ਼ ਬੰਬ ਪ੍ਰੂਫ ਗੱਡੀ 'ਚ ਬਹਿੰਦਾ ਪਰਚੇ ਨੂੰ ਪਹਿਲੇ ਜੁਮੇਰਾਤ ਨੂੰ ਸ਼ਾਮ ਤੋਂ ਪੜ੍ਹਦਾ ਰਹਿੰਦਾ ਕਿ ਮੈਂ ਇੱਦਾਂ ਪੜ੍ਹਨਾ ਅਲਹਮਦੁਲਿਲਾਹ ਰੱਬਿਲ ਆਲਮੀਨ। ਨਹੀਂ ਇੱਥੇ ਥੋੜਾ ਆਵਾਜ਼ ਹਾਸਾ ਰੱਖਣੀ। ਇੱਦਾਂ ਨੂੰ ਟ੍ਰੇਨਿੰਗ ਦਿੰਦੇ ਨੇ ਘੰਟਾ 2 ਘੰਟੇ ਸ਼ਾਮ ਨੂੰ ਜੁਮੇਰਾਤ ਨੂੰ। ਫਿਰ ਸਵੇਰੇ 10-11 ਵਜੇ ਇਹਨੂੰ ਨਵਾਉਂਦੇ ਧਵਾਉਂਦੇ ਨੇ, ਜਾ ਕੇ ਗੱਡੀ ਬਿਠਾਉਂਦੇ ਨੇ ਇਹਨੂੰ। ਅਗਰ ਇਹਨੂੰ ਕਹੋ ਨਾ ਕਿ ਆ ਖੁਤਬਾ ਤੇਰੇ ਹੱਥ 'ਚ ਲਿਖਿਆ ਲਿਖਾਇਆ, ਇਹ ਫੜ ਬੱਸ ਤੇ ਬਹਿ ਤੇ ਜਾ ਜੁਮੇ ਤੇ ਉੱਥੇ ਜਾ ਕੇ ਪੜ੍ਹ ਕੇ ਤੇ ਆ। ਇਹ ਭੁੱਲ ਜਾਏਗਾ, ਲਿਖਿਆ ਲਿਖਾਇਆ ਖੁਤਬਾ ਨਹੀਂ ਪੜ੍ਹ ਸਕਦਾ। ਖੁਦਾ ਦੀ ਕਸਮ ਇੰਨੀ ਇਹਦੇ ਚੱਕ ਲੈ। ਔਰ ਅਸੀਂ ਜੀ ਖਲੀਫਾ ਵਕਤ ਆ ਗਏ, ਖਲੀਫਾ ਵਕਤ ਨਮਾਜ਼ ਪੜ੍ਹਨ ਆਉਂਦੇ ਨੇ। ਉਹ 5-7 ਨੌਕਰ ਪਹਿਲੇ ਅੱਗੇ ਪਿੱਛੇ, ਮਸੱਲਾ ਸਹੀ ਕਰੋ, ਜੁੱਤੀ ਇਹਦੀ ਅਗਰ ਐ ਨੂੰ ਲਾ ਕੇ ਜਾਂਦਾ ਮਸਜਿਦ 'ਚ ਤੇ ਜੋ ਵਾਪਸ ਨਿਕਲਣਾ ਤੇ ਉਹ ਜੁੱਤੀ ਇੱਕ ਬੰਦਾ ਚੁੱਕ ਕੇ ਇੱਧਰ ਨੂੰ ਰੱਖਣ ਦੇ ਹੁੰਦਾ। ਮੈਂ ਹੈਰਾਨ, ਅਸੀਂ ਵੀ ਇਹ ਸਭ ਸਾਰੀਆਂ ਰਤਾਂ ਵੇਖਨੇ ਇਹਨਾਂ ਦੇ ਲਾਗੇ ਨਮਾਜ਼ਾਂ ਪੜ੍ਹੀਆਂ। ਮੈਂ ਅਸਤਗਫਾਰ ਕਰਨਾ ਕਿ ਯਾਰ ਅਗਰ ਅੱਲਾ ਦੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਇਸ ਦੁਨੀਆ ਤੇ ਇੱਥੇ ਸਾਡੇ ਸਾਹਮਣੇ ਚੱਲਦੇ ਫਿਰਦੇ ਹੁੰਦੇ ਨਾ ਤੇ ਉਹ ਇਹੋ ਜਿਹੀਆਂ ਹਰਕਤਾਂ ਨਾ ਕਰਦੇ ਜਿਸ ਤਰ੍ਹਾਂ ਦੀਆਂ 2 ਟਕੇ ਦਾ ਜਾਲੀ ਆ ਜਿਹੜਾ ਮਿਰਜ਼ੇ ਕੋਲੋਂ ਕਰਵਾ ਰਹੇ ਆ ਨਾ। ਇਹ ਉਹਨੂੰ ਮਿਰਜ਼ਾ ਨੂੰ ਇੰਨਾ ਨਹੀਂ ਹੈਗਾ ਜਿੰਨਾ ਇਹ ਥੱਲੇ ਟੀਸੀਆਂ ਮੀਸੀਆਂ ਕਰਕੇ ਹਜ਼ੂਰ ਆ ਗਏ ਮੁਲਾਕਾਤ ਦੇ ਡਰਾਮੇ ਬਣਾਏ ਨੇ। ਇਹ ਸਿਰਫ ਚੰਦਾ ਇਕੱਠਾ ਕਰਨ ਵਾਸਤੇ ਜਿਹੜੇ ਆਣ ਕੇ ਸਾਡੇ ਨਾਲ ਬਹਿਸ ਕਰ ਰਹੇ ਨਾ। ਇੱਥੇ ਜਿੰਨੇ ਵੀ ਬੈਠੇ ਨੇ ਮੈਨੂੰ ਪਤਾ ਸਾਰੇ ਆਪਣੇ ਆਪ ਕੋਈ ਨਾ ਕੋਈ ਕਰਦੇ ਨੇ। ਇਹ ਜਿਹੜੇ ਇਹ ਕਾਦੀਆਂ ਦੇ ਆਣ ਕੇ ਇੱਥੇ ਲੱਗੇ ਨਾ ਗਰੁੱਪ ਬਣਾਏ ਨੇ, ਇਹਨਾਂ ਨੂੰ ਤੇ ਭਾਈ ਘਰ ਬੈਠਿਆਂ ਇੰਨੀ ਤਨਖਾਹ ਮਿਲਦੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ। 10,000 ਪਾਉਂਡ ਤੱਕ ਇੱਕ ਮੁਰੱਬੀ ਦੀ ਤਨਖਾਹ ਹੈ ਇੱਥੇ ਇੰਗਲੈਂਡ 10,000 ਪਾਉਂਡ ਤੱਕ। ਉਹ 10,000 ਪਾਉਂਡ ਕਿਤੇ ਬਾਦਸ਼ਾਹ ਦੀ ਤਨਖਾਹ ਨਹੀਂ। ਉਹਨੂੰ ਗੱਡੀ, ਉਹਨੂੰ ਔਰਤ ਚੰਗੀ ਟਾਪ ਕਲਾਸ ਦੀ ਜਿਹੜੀ ਕੁੜੀ ਹੋਣਗੇ ਉਹ ਮੁਰੱਬੀ ਨੂੰ ਦੇਣਗੇ, ਕਿਉਂਕਿ ਮੁਰੱਬੀ ਠੰਡਾ ਰਹੇਗਾ ਤੇ ਮਿਰਜ਼ਾ ਗੁਲਾਮ ਕਾਦੀਆਨ ਦੀ ਤਾਰੀਫ ਕਰਦਾ ਰਹੇਗਾ। ਜਿਸ ਤਰ੍ਹਾਂ ਮੇਰਾ ਘਰ ਜਾੜਦਾ ਮੈਨੂੰ ਕਹਿਣ ਲੈ ਹੁਣ ਮਿਰਜ਼ਾ ਦੇ ਗੁਲਾਮ ਕਾਦੀਆਨ ਦੀ ਤਾਰੀਫ ਕਰ ਤੇ ਮੈਂ ਮਾਂ ਭੈਣ ਇੱਕ ਕਰ ਦਾਂਗਾ ਕਿ ਮਿਰਜ਼ਾ ਕਿਹੜਾ ਨਬੀ ਹੈ ਕਿ ਮੇਰਾ ਘਰ। ਇਹ ਆਮ ਅਹਿਮਦੀਆਂ ਦੇ ਇੱਦਾਂ ਘਰ-ਬਾਰ ਤੋੜ ਮਰੋੜ ਕੇ ਅਗਰ ਔਰਤ ਤੇਜ਼ ਨਿਕਲ ਰਹੀ ਹੈ ਤੇ ਬੰਦੇ ਦੀ ਸਾਈਡ ਲੈ ਕੇ ਤੇ ਔਰਤ ਨੂੰ ਇੱਦਾਂ ਜ਼ਲੀਲ ਕਰ ਦੇਣਗੇ ਕਿ ਉਹ ਔਰਤ ਜਾਂ ਪਾਗਲ ਹੋ ਜਾਏਗੀ ਜਾਂ ਮਰ ਜਾਏਗੀ ਤੇ ਜਾਂ ਵਾਪਸ ਤੋਬਾ ਕਰਕੇ ਤੇ ਮਿਰਜ਼ਾ ਗੁਲਾਮ ਕਾਦੀਆਨ ਦੇ ਕਦਮਾਂ 'ਚ ਫੇਰ ਡਿੱਗ ਪੈ ਗਈ। ਮੈਂ ਨਹੀਂ ਇਸ ਤਰ੍ਹਾਂ ਕੀਤਾ। ਮੈਂ ਇੱਕ ਵਾਰ ਜਮਾਤ ਛੱਡੀ, ਮੈਂ ਕਿਹਾ ਕਿ ਮੈਨੂੰ ਲੋਕਾਂ ਸਮਝਾਇਆ ਕਿ ਨਹੀਂ ਇੱਕ ਵਾਰੀ ਤੂੰ ਇਸ ਤਰ੍ਹਾਂ ਕਰ। ਮੈਨੂੰ ਅਹਿਮਦੀਆਂ ਨੇ ਵੀ ਤੇ ਨਾਨ ਅਹਿਮਦੀਆਂ ਨੇ ਵੀ ਸਮਝਾਇਆ ਕਿ ਜਾਂ ਤੂੰ ਆਪਣੇ ਮਿਰਜ਼ਾ ਕੋਲੋਂ, ਜੇ ਤੁਹਾਨੂੰ ਬਲੀਵ ਹੈ ਨਾ ਕਿ ਅੱਲਾ ਦੇ ਸੱਚੇ ਨੇ। ਮੈਨੂੰ ਨਾਨ ਅਹਿਮਦੀਆਂ ਨੇ ਜਿਹੜੇ ਅਹਿਮਦੀ ਨਹੀਂ ਹੈਗੇ ਉਹ ਵੀ ਮੇਰੇ ਬਹੁਤ ਜ਼ਿਆਦਾ ਦੋਸਤ ਨੇ ਪਾਕਿਸਤਾਨ 'ਚ ਵੀ, ਇੱਥੇ ਵੀ ਤੇ ਅੱਗੇ ਪਿੱਛੇ। ਉਹਨਾਂ ਨੇ ਕਿਹਾ ਕਿ ਅਗਰ ਤੇਰਾ ਇਨਸਾਫ ਦੇਖ, ਮੈਂ ਹੱਕ ਤੇ ਹੈਗਾ, ਪੂਰੀ ਜਮਾਤ ਜਾਣਦੀ ਹੈ। ਆ ਜਿਹੜੇ ਟੱਟੂ ਆਉਂਦੇ ਨਾ ਫਿਰ ਮੇਰੇ ਮੂੰਹ 'ਚ ਗਾਲ ਨਿਕਲ ਜਾਏਗੀ। ਜਿਹੜੇ ਨਮਕ ਹਰਾਮ ਇਹਨਾਂ ਦੇ ਆਉਂਦੇ ਨੇ ਮੁਰੱਬੀ ਮੌਲਵੀ ਜਿਹੜੇ ਮੁਨਾਫਿਕ ਤਰੀਨ ਨੇ, ਇਹਨਾਂ ਨੂੰ ਪੈਸਾ ਮਿਲਦਾ ਤੇ ਉਹ ਦਫਾ ਕਰਦੇ ਨੇ ਕਿ ਇਹ ਝੂਠਾ ਜੇ, ਅਹਿਮਦੀ ਨਹੀਂ, ਇਹ ਝੂਠ ਬੋਲ ਰਿਹਾ ਜੇ, ਇਹ ਮੁਰਤਦ ਜੇ, ਇਹ ਫਲਾਣਾ ਜੇ। ਇਹਨਾਂ ਦੀ ਮਿਰਚਾਂ ਉੱਥੇ ਤੱਕ ਮਿਰਜ਼ੇ ਤੇ ਲੱਗਣ ਡੀਆਂ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਕਿਉਂਕਿ ਜੇ ਮੈਨੂੰ ਅਗਰ ਮੇਰੀ ਜ਼ੁਬਾਨ ਬੰਦ ਕਰਨਾ ਚਾਹੁੰਦੇ ਨਾ ਤੇ ਮੈਨੂੰ ਆਰਾਮ ਨਾਲ, ਮੈਂ ਜੋ 14 ਸਾਲ ਦਾ ਮੈਂ ਧੱਕੇ ਖਾ ਰਿਹਾ ਦਫ਼ਤਰਾਂ 'ਚ ਬਹਿ ਕੇ ਤੇ ਗੱਲ ਸੁਣਦੇ ਸੁਣੀ ਵੀ ਹੈ, ਲੇਕਿਨ ਕਹਿੰਦੇ ਨਹੀਂ ये आप ठीक है, अब कुछ नहीं हो सकता, अब जाएं बस अल्लाह तौबा करें। मैं कहा अल्लाह तौबा मिर्जे ਨੂੰ ਕਰਨੀ ਚਾਹੀਦੀ ਹੈ, ਤੁਹਾਨੂੰ ਕਰਨੀ ਚਾਹੀਦੀ ਹੈ ਤੇ ਸਾਨੂੰ ਜਿਨ੍ਹਾਂ ਦਾ ਗੁਨਾਹ, ਜਿਨ੍ਹਾਂ ਦੇ ਉੱਤੇ ਜ਼ੁਲਮ ਹੋਇਆ, ਜ਼ਿਆਦਤੀ ਹੋਈ ਆ, ਸਾਨੂੰ ਜਾ ਕੇ ਸਮਝਾਉਣਾ ਪੈਣਾ। ਜਦੋਂ ਮੈਂ ਆਖਰਾ ਕੋਈ 2 ਮਹੀਨੇ ਪਹਿਲੇ ਮੈਂ ਤੰਗ ਆਣ ਕੇ ਮੈਂ ਕਿਹਾ ਨਾ ਕਿ ਚਲੋ ਠੀਕ ਹੈ ਮੈਂ ਟਿਕਟਾਕ ਦੇ ਸਾਰੇ ਪੇਪਰ ਦੇਣਾ ਤੇ ਜਾ ਦੇ ਇੱਥੇ ਅੱਗੇ ਹਜ਼ਾਰਾਂ ਲੋਕ ਬੋਲਣ ਡਏ ਨੇ ਸਾਡੇ ਖਿਲਾਫ ਤੇ ਕੋਈ ਫਰਕ ਨਹੀਂ ਪੈਂਦਾ। ਮੀਨ ਕਿ ਦੇਖੋ ਕਿਤਨੇ ਮੁਤਮਿਨ ਬਗੈਰਤ ਨੇ ਅਹਿਮਦੀ ਕਿ ਇੱਕ ਬੰਦੇ ਦਾ ਸਭ ਕੁਝ ਉਜਾੜ ਕੇ ਮੇਰੇ ਆਪ ਬੱਚੇ ਜਿਹੜੇ ਉਹਨਾਂ ਦਾ ਕੀ ਹਾਲ। ਮੇਰੇ ਬੱਚਿਆਂ ਨੂੰ ਮੈਂ ਸਮਝਾਉਣਾ ਚਾਹੁੰਦਾ
ਕਿ ਇਹ ਕਾਦੀਆਨੀ ਇੱਕ ਫਿਰਕਾ ਹੈ, ਇਹਦੇ ਕੋਲ ਬਚੋ, ਇਹ ਫਿਤਨਾ ਹੈ, ਇਹ ਫਿਤਨਾ ਹੈ। ਇਹ ਸਿਰਫ ਮੁਸਲਮਾਨਾਂ ਦੇ ਵਿੱਚ ਇੱਕ ਅਸੀਂ ਮੁਸਲਮਾਨ ਆ, ਕਿਉਂਕਿ ਅਸੀਂ ਜਦੋਂ ਦੇ ਜੰਮੇ ਪਲੇ ਆ, ਸਾਨੂੰ ਤਾਂ ਨਹੀਂ ਪਤਾ ਕਿ ਮਿਰਜ਼ਾ ਗੁਲਾਮ ਕਾਦਰ ਨਬੀ ਹੈ। ਕਦੀ ਉਹਨੂੰ ਮੁਸੱਲੀਏ ਮੌਤ ਪਤਾ ਨਹੀਂ ਕੀ ਕਹਿੰਦੇ ਨੇ, ਮੈਨੂੰ ਤਾਂ ਕਹਿਣਾ ਵੀ ਨਹੀਂ ਹੁੰਦਾ। ਮੈਂ ਤਾਂ ਬਸ ਲਾ ਇਲਾਹਾ ਇल्लल्लाह ਮੁਹੰਮਦ ਰਸੂਲੁल्लाह, ਮੈਂ ਮੁਸਲਮਾਨ, ਅੱਲਾਹ ਅਕਬਰ। ਮੈਂ ਆਪਣੀ ਜ਼ਿੰਦਗੀ ਇੱਦਾਂ ਗੁਜ਼ਾਰੀ ਇਹਨਾਂ ਦੇ ਵਿੱਚ ਰਹਿ ਕੇ ਵੀ। ਮੈਂ ਨਹੀਂ ਕਦੀ, ਕਿਉਂਕਿ ਨਾ ਮੈਂ ਕਦੀ ਅਹੁਦਾ ਲਿਆ, ਨਾ ਮੈਂ ਕਦੀ ਇਹਨਾਂ ਦਾ ਝੰਡਾ ਫੜਿਆ, ਨਾ ਮੈਂ ਕਦੀ ਇਹਨਾਂ ਦੇ ਕਦੀ ਪ੍ਰੋਗਰਾਮਾਂ ਜਲਸੇ ਜਲਾਸਾਂ ਦੇ ਚਲੇ ਜਾਈਦਾ ਸੀ। ਉੱਥੇ ਵੀ ਉਹ ਵਾਹਿਯਾਤੀ ਦੇਖੀ ਆ, ਕੁੜੀਆਂ ਨੂੰ ਕਾਰਾਂ ਦੀਆਂ ਪਿਛਲੀ ਸੀਟਾਂ ਦੇ ਉੱਤੇ ਲੈ ਕੇ ਲੰਮੇ ਪੈ ਗਏ। ਬੇਸ਼ੱਕ ਤੁਸੀਂ ਕੱਪੜੇ ਹੀ ਪਾਏ ਜੇ, ਕਿਸੇ ਦੀ ਧੀ ਕਿਸੇ ਦੀ ਭੈਣ ਕਾਰ ਪਾਰਕਿੰਗ ਅੱਧੇ ਮਰੱਬੇ ਚ ਇਹਨਾਂ ਦੀ ਕਾਰ ਪਾਰਕਿੰਗ। ਛੱਡ ਦਿਓ ਇਸ ਗੱਲ ਨੂੰ, ਅਗਲੀ ਗੱਲ ਕਰੋ ਪਲੀਜ਼। ਹਾਂ, ਇਹ ਚੀਜ਼ ਹੈ ਕਿ ਅਹਿਮਦੀਆਂ ਨੂੰ ਵੀ ਪਤਾ ਹੈ ਕਿ ਇਹ ਕੀ ਜ਼ੁਲਮ ਕਰਦੇ ਨੇ। ਇਹ ਜਿਹੜੇ ਮੁਨਾਫਿਕ ਆਣ ਕੇ ਕਹਿੰਦੇ ਨਾ ਕਿ ਇਹ ਤੇ ਇਹ ਨਹੀਂ ਅਹਿਮਦੀਆ ਝੂਠ ਬੋਲ ਰਿਹਾ, ਇਹਦਾ ਨੰਬਰ ਕਿੱਥੇ ਆ, ਇਹ ਤਾਂ ਪਤਾ ਹੀ ਨਹੀਂ ਹੈਗਾ। ਮੈਂ ਕਹਿੰਦਾ ਕਿ ਅਗਰ ਮੈਂ ਝੂਠ ਬੋਲਦਾ ਵਾਂ ਤੇ ਮੇਰੇ ਸਾਰੀ ਜ਼ਿੰਦਗੀ ਤੇ ਲਾਨਤ, ਅਗਰ ਮੈਂ ਸੱਚ ਬੋਲ ਰਿਹਾ ਵਾਂ ਤੇ ਫਿਰ ਇਹ ਕੁੱਤੇ ਦਾ ਬੱਚਾ ਕਹਿ ਕੇ ਮਿਰਜ਼ਾ ਗੁਲਾਮ ਕਾਦੀਆਨੀ ਤੇ ਲਾਨਤ, ਅਗਰ ਇਹ ਸੱਚ ਬੋਲ ਰਿਹਾ। ਠੀਕ ਹੈ, ਬਸ ਮੈਨੂੰ ਇਹ ਕਹਿਣਾ ਚਾਹੁੰਦਾ ਸਾਂ। ਕੋਈ ਹੋਰ ਬੋਲੇ, ਮੈਂ ਨਾ ਹਾਲੇ ਉੱਠਿਆ ਤੇ ਮੈਂ ਪਾਣੀ ਪੀਣਾ, ਮੂੰਹ ਖੁਸ਼ਕ ਹੋਇਆ। ਉਹ ਜਿਹਨੇ ਨਹੀਂ ਮੰਨਣਾ ਨਾ ਮੰਨੇ, ਕੋਈ ਮਸਲਾ ਨਹੀਂ। ਤੇ ਤੁਹਾਡਾ ਮੰਨਵਾਣਾ ਤੇ ਇਹਨਾਂ ਦਾ ਮੰਨਣਾ ਕੋਈ ਜ਼ਰੂਰੀ ਨਹੀਂ ਹੈ। ਉਹਨਾਂ ਨੇ ਕਿੰਨਾ ਕੁ ਮੰਨ ਲਿਆ, ਪਹਿਲੇ ਮੰਨ ਲਿਆ ਜੀ। ਤੇ ਤੁਸੀਂ ਆਪਣੀ ਗੱਲ ਜਿਹੜੀ ਏ ਔਰ ਰੱਖੀ ਹੈ ਪਹਿਲੇ ਵੀ ਤੇ ਹੁਣ ਵੀ, ਤੁਸੀਂ ਆਪਣੀ ਗੱਲ, ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ, ਆਪਣਾ ਕੰਮ ਜਾਰੀ ਰੱਖੋ। ਅੱਲਾ ਖੈਰ ਸੱਲਾ, ਉਹ ਕੀ ਮਸਲਾ ਹੈ। ਤੇ ਬਹਰਹਾਲ ਜਿੰਨੇ ਤੁਹਾਡੇ ਤੇ ਜ਼ੁਲਮ ਤੇ ਸਿਤਮ ਹੋਏ ਨੇ, ਅੱਲਾ ਪਾਕ ਉਹਦੀ ਤੁਹਾਨੂੰ ਜਜ਼ਾ ਦੇਵੇ ਤੇ ਤੁਹਾਡੇ ਗਮਾਂ ਦਾ, ਪਰੇਸ਼ਾਨੀਆਂ ਦਾ ਮੁਦਾਵਾ ਅੱਲਾ ਪਾਕ ਕੋਈ ਬਿਹਤਰ ਹੱਲ ਫਰਮਾਏ। ਅਸੀਂ ਤੇ ਦੁਆ ਹੀ ਕਰ ਸਕਦੇ ਹਾਂ ਬਿਸ਼ਾਰਤ ਭਾਈ ਤੁਹਾਡੇ ਵਾਸਤੇ। ਬਹੁਤ ਮਿਹਰਬਾਨੀ, ਸ਼ੁਕਰੀਆ ਮੁਬਸ਼ਰ ਸਾਹਿਬ। ਮੇਰਾ ਦਿਲ ਉਦੋਂ ਟੁੱਟਿਆ ਕਿ ਇੱਕ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, मोहब्बत सब के लिए, नफर किसी से नहीं। बड़े ड्रामे, टोपी चंदा दे दे, आ कर ले, हजम शिमला को मार ले, हजूर ने फरमा दिया। ਅਸੀਂ ਚੁੱਪ ਕਰਕੇ ਆਪਣੀ ਜ਼ਿੰਦਗੀ ਬਚਪਨ ਚੋਂ ਪੜ੍ਹਾਈ ਕਰਦੇ ਕਰਦੇ ਵੱਡੇ ਹੁੰਦੇ ਗਏ, ਇਹਨਾਂ ਟੋਪੀ ਡਰਾਮੇ ਵੇਖੀਏ, ਅਸੀਂ ਹੈਰਾਨ ਹੁੰਦੇ ਰਹੇ ਕਿ ਲਾਫਾਰਾਲ ਹੈਟਰਫਰਨਾ ਨੇ ਕਦੀ ਕੋਈ ਅਸੀਂ ਅਮਲੀ ਤਰੀਕੇ ਨਾਲ ਨਹੀਂ ਕਿਸੇ ਨਾਲ ਮੁਹੱਬਤ ਕਰਦੇ ਹੋਏ ਵੇਖਿਆ, ਜਾਂ ਤੇ ਚੰਦੇ ਮੰਗਦੇ ਵੇਖਿਆ, ਜਾਂ ਕੋਈ ਬੇਵਾ ਯਤੀਮ ਬੁੱਢੀ ਹੈ ਤੇ ਉਹਦੇ ਕੋਲ ਕੋਈ ਜ਼ਾਇਮ ਮੈਨੂੰ ਰੱਵੇ ਦੇ ਜਿਹੜੇ ਇਹਨਾਂ ਦੇ ਜ਼ਾਇਮ ਹੁੰਦੇ ਨਾ, ਮੈਂ ਉਦੋਂ ਜਵਾਨ ਸਾਂ ਤੇ ਜਦੋਂ ਬੰਦਾ 40 ਸਾਲ ਤੋਂ ਵੱਡਾ ਹੋ ਜਾਂਦਾ ਨਾ, ਉਦੋਂ ਅਨਸਾਰ ਬਣ ਜਾਂਦਾ ਤੇ ਉਹ ਅਨਸਾਰਾਂ ਦਾ ਸਦਰ ਇੱਕ ਹੁੰਦਾ ਕੋਈ। ਤੇ ਜਦੋਂ ਖੁਦਾ ਜਵਾਨ ਹੁੰਦਾ 40 ਸਾਲ ਤੋਂ ਪਹਿਲੇ, ਉਦੋਂ ਖੁਦਾਮ ਤੇ ਉਹਨਾਂ ਦਾ ਜ਼ਾਇਮ ਹੁੰਦਾ। ਉਹ ਰੱਬ ਵਿੱਚ ਹਾਲੇ ਵੀ ਜ਼ਿੰਦਾ ਹੈ। ਮੇਰੀ ਨਵੀਂ ਸ਼ਾਦੀ ਹੋਈ ਤੇ ਮੈਂ ਇੱਕ ਜਗ੍ਹਾ ਤੇ ਕਿਰਾਏ ਤੇ ਰਹਿ ਰਿਹਾ ਸਾਂ ਤੇ ਮੇਰੇ ਘਰ ਦੇ ਸਾਹਮਣੇ ਨਾ ਕੋਈ ਇੱਕ ਔਰਤ ਆਈ, ਬੜੀ ਜਵਾਨ, ਅੱਛੀ ਤਾਕਤ, ਮੇਰੇ ਤੋਂ ਥੋੜੀ ਵੱਡੀ ਹੈਗੀ ਸੀ। ਉਹਦੇ ਕੋਲ 2 ਬੱਚੇ ਤੇ ਬੰਦਾ ਨਹੀਂ ਸੀ ਉਹਦੇ ਨਾਲ ਹੈਗਾ। ਤੇ ਜਿਹੜਾ ਜ਼ਾਇਮ ਹੈ ਨਾ, ਅਗਰ ਮਿਰਜ਼ਾ ਮਸਰੂਰ ਮੇਰੇ ਕੋਲ ਪੁੱਛੇ ਨਾ ਤਾਂ ਮੈਂ ਉਹਨੂੰ ਦੱਸਾਂਗਾ, ਤੇ ਨਾਲ ਕੋਈ ਮੇਰਾ ਮੁਸਲਮਾਨ ਵੱਡਾ ਕੋਈ ਆਲਮ ਹੋਵੇ ਤਾਂ ਦੱਸਾਂਗਾ, ਕਿਉਂਕਿ ਕਿਸੇ ਦੀ ਧੀ ਭੈਣ ਦੀ ਗੱਲ ਕਰਾਂ ਰੱਬ ਵਿੱਚ ਮੈਂ 50 ਬੁੱਢੀਆਂ ਐਸੀਆਂ ਦੱਸ ਸਕਦਾ ਕਿ ਜਿਹੜੀਆਂ ਜਿਨ੍ਹਾਂ ਨੂੰ ਇਹ ਇਸਤੇਮਾਲ ਕਰ ਰਹੇ ਨੇ, ਉਹ ਬਾਹਰ ਵੀ ਕਰਦੇ। ਮੈਨੂੰ ਜਿਹੜਾ ਜ਼ਾਇਮ ਹੈਗਾ ਚੰਦਾ ਲੈਣ ਆਇਆ ਮੇਰੇ ਕੋਲ ਸੁਬਾਹ ਨਾ, ਉਹ ਗਰਮੀਆਂ ਦੇ ਦਿਨ ਹੈਗੇ ਸੀ ਤੇ ਮੈਨੂੰ ਫਜਰ ਤੋਂ ਬਾਅਦ, ਮੈਂ ਤੇ ਫਜਰ ਨਹੀਂ ਸੀ ਪੜ੍ਹੀ, ਮੈਂ ਤੇ ਖੈਰ ਸੁੱਤਾ ਤੇ ਦਰਵਾਜ਼ਾ ਖੜ ਗਿਆ ਸੂਰਜ ਨਿਕਲ ਤੋਂ ਪਹਿਲੇ। ਮੈਂ ਬਾਹਰ ਗਿਆ ਤੇ ਉਸ ਵਕਤ ਕੁਆਇਟ ਹੁੰਦਾ, ਮੈਂ ਗੇਟ ਖੋਲਿਆ ਤੇ ਬਾਹਰ ਜ਼ਾਇਮ, ਜੀ ਸਲਾਮ ਵਾਲੇਕੁਮ, ਕੀ ਹਾਲ ਹੈ ਬਸ਼ਾਰ ਸਾਹਿਬ, ਇਹ ਉਹ। ਮੈਂ ਵੀ ਉਹਦਾ ਸਲਾਮ ਦੁਆ ਕਰਕੇ ਤੇ ਗੱਪਾਂ ਲਾਉਣ ਡਾ ਪਏ। ਚੰਦਾ, ਮੈਂ ਕਿਹਾ ਯਾਰ ਸੁਬਾਹ ਲੈ ਤੇ ਮੂੰਹ ਵੀ ਨਹੀਂ ਧੋਤਾ, ਤੇ ਚਲੋ ਮੈਂ ਥੋੜਾ ਨਾ 10-11 ਵਜੇ ਸਹੀ ਹੋ ਕੇ ਨਾ ਕੱਪੜੇ ਛਪੜੇ ਪਾ ਕੇ ਫਿਰ ਬਾਹਰ ਆਣ ਕੇ ਮੈਂ ਤੈਨੂੰ ਗੱਲ ਕਰਕੇ ਚੰਦਾ ਦੇਵਾਂਗਾ। ਚਲੋ ਗੱਲਾਂ ਸ਼ੁਰੂ ਹੋ ਗਈਆਂ, ਕੈਸਾ ਹੈ ਕੀ ਹੈ। ਉਹਦੀ ਸ਼ਾਦੀ ਨਹੀਂ ਸੀ ਹੋਈ, ਲੇਕਿਨ ਉਹਦੀ ਉਮਰ ਵੀ ਮੇਰੇ ਜਿੱਡੀ ਸੀ। ਮੇਰੀ ਸ਼ਾਦੀ ਹੋਈ ਨੂੰ ਕੋਈ 5-6 ਮਹੀਨੇ ਹੋਏ। ਮੈਨੂੰ ਨਹੀਂ ਸੀ ਪਤਾ ਕਿ ਮਹੱਲੇ, ਕਿਉਂਕਿ ਜਿਹੜੇ ਜ਼ਾਇਮ ਹੁੰਦੇ ਨੇ ਉਹਨਾਂ ਨੂੰ ਹਰ ਘਰ ਦਾ ਪਤਾ ਹੁੰਦਾ ਕਿ ਕਿੱਥੇ ਕੁੜੀ ਹੈ, ਕਿੱਥੇ ਮੁੰਡਾ, ਕਿੱਥੇ ਬਾਬਾ, ਕਿੱਥੇ ਕੀ ਹੈ। ਮੈਨੂੰ ਕਹਿੰਦਾ ਕਿ ਬਸ਼ਾਰ ਸਾਹਿਬ ਸਾਹਮਣੇ ਘਰ ਉਹ ਜਿਹੜਾ ਗੇਟ ਹੈ, ਜਾਣਦੇ ਜੇ ਇੱਥੇ ਕੌਣ ਹੈ? ਮੈਂ ਕਿਹਾ ਕਿ ਯਾਰ ਮੈਂ ਇੱਥੇ 2-3 ਮਹੀਨੇ ਹੋ ਗਏ ਨੇ, ਮੈਨੂੰ ਇੱਕ ਔਰਤ ਹੀ ਨਜ਼ਰ ਆਉਂਦੀ, ਕਾਲੀ ਜੀ ਚਾਦਰ ਲਈ ਹੁੰਦੀ ਹੈ, ਕਾਫੀ ਗੋਰੀ ਚਿੱਟੀ, ਉੱਚੀ ਲੰਬੀ, ਬੁਰਕਾ ਨਹੀਂ ਪਾਉਂਦੀ, ਮੈਨੂੰ ਕੋਈ ਅਹਿਮਦੀ ਨਹੀਂ ਲੱਗਦੀ। ਕਹਿੰਦਾ ਅਹਿਮਦੀ ਹੈ ਨਹੀਂ ਸੀ, ਲੇਕਿਨ ਅਹਿਮਦੀਆਂ ਦੇ ਵਿੱਚ ਇੰਟਰਸਟ ਹੋਈ ਹੈ, ਇਹਦੀ ਕੋਈ ਤਲਾਕ ਹੋਈ ਸੀ ਜਾਂ ਇਹਦਾ ਘਰ ਉਜੜਿਆ ਤੇ ਇੱਥੇ ਰੱਬ ਵਿੱਚ ਮੂਵ ਹੋਈ ਹੈ, ਤੇ ਅਸੀਂ ਇਹਨੂੰ ਮਕਾਨ ਲੈ ਕੇ ਦਿੱਤਾ ਤੇ ਤੁਸੀਂ ਇੱਥੇ ਕੋਈ ਟਰਾਈ ਮਾਰੋ। ਜ਼ਾਇਮ, ਖੁਦਾ ਦੀ ਕਸਮ, ਜ਼ਾਇਮ ਉਹ ਜ਼ਿੰਦਾ ਲਿਆ ਇਸ ਟਾਈਮ,
ਇਹ ਜਿਹੜੇ ਕਹਿੰਦੇ ਨੇ ਕਿ ਝੂਠ ਬੋਲਦਾ ਹੈ, ਮੈਂ ਇਹਨਾਂ ਨੂੰ ਐਸਾ ਨੰਗਿਆ ਕਰਾਂਗਾ ਕਿ ਇਹਨਾਂ ਦੇ ਮਿਰਜ਼ੇ ਤੱਕ ਦੀਆਂ ਲੱਤਾਂ ਕੰਬਣਗੀਆਂ। ਅਗਰ ਇਹਨਾਂ ਨੇ ਮੇਰੇ ਉੱਤੇ ਜਿਸ ਤਰ੍ਹਾਂ ਦੇ ਮੈਨੂੰ ਪਤਾ ਕਿ ਅਟੈਕ ਕਰਦੇ ਰਹੇ ਨਾ, ਤੇ ਮੈਂ ਵਿੱਚ ਮਿਰਜ਼ਿਆਂ ਨੂੰ ਵੀ ਨੰਗਾ ਕਰ ਜਾਵਾਂਗਾ, ਕਿਉਂਕਿ ਮੈਂ ਸਭ ਕੁਝ ਜਾਣਨਾ ਇਹਨਾਂ ਦੇ, ਜੋ ਮੈਂ ਜਾਣਨਾ ਮੈਂ ਉਸ ਕਰਾਂਗਾ। ਇੱਕ ਸਦਰ ਨੂੰ ਮੈਂ ਜਾਣਨਾ, ਫਜਰ ਦੇ ਵਕਤ ਨਮਾਜ਼ ਪੜ੍ਹ ਕੇ ਸਿੱਧਾ ਹੀ ਇੱਕ ਬੁੱਢੀ ਦੇ ਘਰ ਵੜਿਆ। ਮੈਂ ਉਹਨੂੰ ਪੁੱਛਿਆ, ਉਸ ਬੁੱਢੀ, ਮੈਂ ਸ਼ਾਰਟ ਗੱਲ ਦੱਸਣਾ, ਇਹ ਵੀ ਪ੍ਰੂਫ ਦੇ ਨਾਲ ਮੈਂ ਗੱਲ ਕਰ ਰਿਹਾ। ਮੈਂ ਕਿਹਾ ਇਹ ਕੌਣ ਆਇਆ ਸੀ ਸੁਬਾਹ ਬਾਬਾ ਬੁੱਢਾ ਜਿਹਾ? ਕਹਿੰਦੀ ਜੋ ਤੂੰ ਕਰਨ ਆਇਆ ਸੀ ਇਹ ਵੀ ਕਰਨ ਆਇਆ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਇਹ ਕੌਣ ਹੈ? ਕਹਿੰਦੀ ਸਦਰ ਹੈ ਮਹੱਲੇ ਦਾ। ਤੇ ਕਹਿੰਦੀ ਕਿ ਜਦੋਂ ਇਹਨੂੰ ਇਹ ਤੋਂ ਕੋਈ ਸਮੈਲ ਆਈ ਨਾ ਸੀਟਾਂ 'ਚ, ਮੈਂ ਕਿਹਾ ਮਹਿਮਾਨ ਆਏ ਨੇ, ਤੇ ਜਲਦੀ ਨੱਠ ਗਿਆ। ਮੈਂ ਉਹ ਮਹੱਲੇ ਦਾ ਵੀ ਪਤਾ, ਸਦਰ ਦਾ ਵੀ ਪਤਾ, ਤੇ ਉਹ ਔਰਤ ਦਾ ਵੀ ਪਤਾ ਹੈ। ਇਹ ਹੁਣ ਜਿਹੜੇ ਕਾਦੀਆਂ ਨਹੀਂ ਕਹਿੰਦੇ ਨਾ ਕਿ ਅਸੀਂ ਬੜੇ ਨੇਕ ਸ਼ਰੀਫ, ਰਾਵੇ ਦੇ ਵਿੱਚ ਜੋ ਜ਼ਨਾ ਗੰਦਖਾਨਾ ਹੋ ਰਿਹਾ ਨਾ, ਔਰਤਾਂ ਮਜਬੂਰ ਨੇ, ਕੋਈ ਕਿਸੇ ਕੋਲ ਇੱਕ ਬੱਚਾ, 2 ਬੱਚੇ ਨੇ, ਬੰਦੇ ਕੋਲ ਤਲਾਕ ਦਵਾਤੀ ਹੈ, ਬਾਅਦ 'ਚ ਉਹਨੂੰ ਲੌਂਡੀ ਬਣਾ ਲੈਂਦੇ ਨੇ ਆਪਣੇ ਦਫ਼ਤਰਾਂ ਕੇ, ਤੁਝੇ ਅਮਦਾਦ ਦੀ ਜਾਏਗੀ, ਘਰ का ਕਿਰਾਇਆ दिया ਜਾਏਗਾ, ਫਲੈਟ ਕੁਆਟਰ ਬਣਾਏ ਹੋਏ ਆ, ਉੱਥੇ ਰੱਖੀਆਂ ਨੇ ਰੰਡੀਆਂ ਬੁੱਢੀਆਂ। ਉਹ ਉਹਨਾਂ ਦੀ ਸ਼ਾਦੀ ਵੀ ਨਹੀਂ ਉਹਨਾਂ ਨੇ ਕੀਤੀ, ਤਾਂ ਕੀ ਕਰਦੀਆਂ ਹੋਣਗੀਆਂ? ਮੈਂ 10-12 ਬੁੱਢੀਆਂ ਤੋਂ ਜ਼ਿਆਦਾ ਜਾਣਨਾ, ਜਿਨ੍ਹਾਂ ਦੇ ਘਰਾਂ ਤੱਕ ਮੈਂ ਜਾਣਨਾ, ਉਹਨਾਂ ਦੇ ਨੰਬਰ ਵੀ ਮੇਰੇ ਕੋਲ ਹੈਗੇ ਨੇ। ਮਿਰਜ਼ਾ ਮਸਰੂਰ ਇਹ ਮੇਰੇ ਨਾਲ ਗੱਲ ਕਰੇ ਤੇ ਉਹਨੂੰ ਮੈਂ ਦੱਸਾਂਗਾ। ਕਿਤੇ ਆਮ ਹੈ ਜਿਹੜਾ ਟੱਟੂ ਪੱਟੂ ਹੈਗਾ ਨਾ, ਜਿਹੜੇ ਚਮਚੇ ਬਿਠਾਏ ਨੇ, ਇਹਨਾਂ ਨੂੰ ਮੈਂ ਆਪਣੇ ਪੈਰ ਦੀ ਜੁੱਤੀ ਤੋਂ ਉੱਤੇ ਨਹੀਂ ਸਮਝਦਾ, ਕਿਉਂਕਿ ਮੁਨਾਫਿਕ ਨੇ ਹੱਕ ਸੱਚ ਦੀ ਜਿਹੜਾ ਬਾਤ ਨਹੀਂ ਕਰ ਸਕਦਾ। ਉਹ ਕਿਹੜਾ ਦੀਨ ਤੇ ਕਿਹੜਾ ਮਜ਼ਹਬ ਹੈ ਜਿਹੜਾ ਹੱਕ ਸੱਚ? ਅੱਲਾਹ ਤਾਲਾ ਦਾ ਹੁਕਮ ਹੈ कि सच्चाई के साथ खड़े रहो। ए मिर्जा लानती, मैं अपनी बीवी ने 2 चपेड़ा मार के जेल, मैंने पुलिस ने फड़ लिया, तेने मेरे जमातों ही काटता है। किधर ला फार हाल ते हैड फार नाना कोई ऐम दी कोई दस सकता किथे ला फार? मैनू दबाउण डे ने, तू चुप कर जा, ए बड़े खतरनाक लोग ने, ते तुसी बड़े चंगे लोग ने, तुसी ते मैनू जलील करता। ये तो वेट कर रहे हैं कि पागल कदों हुंदा है, ये डिगदा कदों है, इहदी कोई लातमा कदों टुटदी है, या मरदा कदों है। ये दुआ जिहड़ा इन्हां दे खिलाफ हो जाए ना, उहदे बाद बददुआ करदे मर जाए। मैं मर जावांगा ते बाकी दुनिया सारी जिंदा नहीं हैगी, वो तुहाडी मंजी ठोकेगी। एक घटिया तरीन मतलब है। मैं ते हाले ते मैं शुरू होया 1-2 दिन, मैं मिर्जे दे गुलाम कादिन तो लग के मिर्जा मसरूर मैं जे पुठिया ना टंग दिता तो मेरा बाप कोई नहीं हैगा। ये भावें जिन्ने मर्जी आलम उठा लैन, क्योंकि आलम ही 2 नंबर ने। वो चंदे दे जिन्नी देर गड्डी पेट्रोल पैंदा रहेगा चलती रहेगी, जो पेट्रोल खत्म हो जाएगा ना तो गड्डी रुक जाएगी। इन्हां दे पिछे भरे जांदे ने पैसे, ਉਹ ਇਹਨਾਂ ਨੂੰ ਸਾਰਾ ਕੁਰਾਨ ਨੂੰ ਗਲਤ ਇਸਤੇਮਾਲ ਕਰਕੇ ਉਹਦਾ ਮਤਲਬ, ਤੇ ਮਿਰਜ਼ਾ ਗੁਲਾਮ ਕਾਦਰ ਨੇ ਨਬੀ, ਮਿਰਜ਼ਾ ਮਸਰੂਰ ਖਲੀਫਾ, ਤੇ ਐਮਦੀਆਂ ਦਾ ਦਿਮਾਗ ਨਹੀਂ ਕੰਮ ਕਰਦਾ। ਜੇ ਇਹ ਖਲੀਫਾ ਹੋਵੇ ਤੇ ਖਲੀਫਾ ਵਾਲੇ ਵਕਤ ਕਰੇ, ਨਾ ਕਿ ਕੋਈ ਸਿਆਸੀ ਲੀਡਰਾਂ ਵਾਲੇ ਕੰਮ ਕਰੇ ਤੇ ਕੁੱਲਾ ਉਹਨੂੰ ਇਸਤਰੀ ਕਰਕੇ ਦਿੱਤਾ ਜਾਏ, ਮਾਇਆ ਲਾ ਕੇ। ਬਸ਼ਾਰਤ ਸਾਹਿਬ ਜੀ, ਤੁਹਾਨੂੰ ਰਾਜੂ ਸਾਹਿਬ ਪੁੱਛ ਰਹੇ ਨੇ ਕਿੰਨੀ ਦੇਰ ਤੁਸੀਂ ਜੇਲ੍ਹ 'ਚ ਰਹੇ ਹੋ, ਤੇ ਮਸਲਾ ਸਿਰਫ ਉਹ ਜਿਹੜਾ ਡੋਮੈਸਟਿਕ ਵਾਇਲੈਂਸ ਹੈ ਜਾਂ ਕੋਈ ਹੋਰ ਵੀ? ਆਮਿਰ ਭਾਈ ਮੈਂ ਦੱਸ ਦਿੰਦਾ ਵਾਂ, ਅਸਲ 'ਚ ਉਹ ਨਾ ਥੋੜਾ ਜਿਹਾ ਮਸਲਾ ਹੋਏਗਾ। ਇਹ ਨਾ ਸਿਰਫ ਔਰਤ ਨੂੰ ਇੱਕ ਥੱਪੜ ਮਾਰਨ ਦਾ ਮਸਲਾ ਨਹੀਂ ਹੈ। ਇਹ ਮਸਲੇ ਜਿਹੜੇ ਸਨ ਬੜੇ ਅਜੀਬੋ ਗਰੀਬ ਸ਼ੁਰੂ ਹੋਏ ਸਨ, ਤੇ ਇਹ ਸਿਰਫ ਇੱਕ ਇਸ਼ੂ ਬਣਾਇਆ ਗਿਆ ਸੀ, ਸਮਝ ਲਓ, ਔਰਤ ਨੂੰ ਥੱਪੜ ਮਾਰਨ ਦਾ। ਬਸ ਮੁਖਤਸਰ ਇਹ ਹੋਈ ਹੈ। ਬਸ ਮੈਂ ਇਹ ਜਮਾਤ ਦੇ ਖਿਲਾਫ ਬੋਲਦਾ ਸਾਂ। ਮੈਂ ਆਪਣੀ ਬੁੱਢੀ ਦੇ ਸਾਹਮਣੇ ਵੀ ਕਿਹਾ, ਖਲੀਫਾ ਆਇਆ ਭੁੰਡੀ ਜਿਹੀ ਲੱਗਦਾ ਸੀ, ਸੁੱਕਾ ਜਿਹਾ। ਐਸਾ ਜੇ ਮਸਲਾ ਆਮਿਰ ਭਾਈ, ਐਸਾ ਜੇ ਮਸਲਾ। ਇਹ ਮੈਂ ਆਪਣੀ ਬੀਵੀ ਤੇ ਮੇਰੇ ਐਵੇਂ ਨਾ ਕਦੀ ਕਿਤੇ ਟੀਵੀ ਲੱਗਾ ਹੋਣਾ ਨਾ, ਤੇ ਉਹ ਐਵੇਂ ਨਜ਼ਮਾਂ ਬੱਚੇ ਉਹ ਵੀ ਨਹੀਂ ਸੀ ਪਸੰਦ ਕਰਦੀ ਹੈ ਮਿਰਜ਼ੇ ਨੂੰ। ਉਹ ਸ਼ੀਆਂ ਦੀਆਂ ਕੇਸਟਾਂ ਸੁਣਦੀ ਹੁੰਦੀ ਸੀ ਮੇਰੀ ਬੀਵੀ, ਜਿਹੜੀ ਨਾ ਸ਼ੀਆਂ ਦੀਆਂ, ਤੇ ਐਮ ਦੀਆਂ ਨੂੰ ਨਫ਼ਰਤ ਕਰਦੀ ਸੀ ਕਿ ਇਹਨਾਂ ਦੇ ਐਵੇਂ ਚੰਦੇ ਮੰਗਦੇ ਨੇ, ਐਦਾਂ ਕਰਦੇ ਨੇ। ਲੇਕਿਨ ਉਹ ਮੇਰੀ ਬੀਵੀ ਮਕਾਰ ਹੈਗੀ ਸੀ। ਉਹਨੇ ਵੇਖਿਆ ਕਿ ਮੇਰੇ ਮੂੰਹ 'ਚ ਕੋਈ ਲਫ਼ਜ਼ ਨਿਕਲਿਆ ਨਾ, ਤੇ ਮੈਂ ਤਾਂ ਕਿਹਾ ਕਿ ਮੇਰੀ ਬੀਵੀ ਆ, ਮੈਂ ਦੀ ਕਿਉਂ ਕਿਸੇ ਜਗ੍ਹਾ ਜਾ ਕੇ ਗੱਲ ਕਰਾਂ। ਉਹ ਮੇਰੀ ਗੱਲ ਕੋਈ ਗਲਤ ਹੁੰਦੀ ਸੀ ਨਾ, ਉਹ ਨੋਟ ਕਰਦੀ ਸੀ, ਤੇ ਉਸ ਜਗ੍ਹਾ ਜਾ ਕੇ ਦੱਸ ਕੇ ਤੇ ਮੇਰੇ ਖਿਲਾਫ ਕਰ। ਉਹਨੇ ਵੇਖਿਆ ਕਿ ਲੈ ਵੀ ਬੜਾ ਵੱਡਾ ਟਾਰਗੇਟ ਹੈ, ਕਿ ਇਹਦੇ ਕੋਲ ਮੈਂ ਆਪਣੇ ਭੈਣ ਭਰਾ ਨੂੰ ਬਾਹਰ ਬੁਲਾਉਣਾ, ਪੈਸਾ ਮੇਰੇ ਹੱਥ ਆ ਜਾਏਗਾ, ਬੱਚੇ ਮੇਰੇ ਹੱਥ ਆ ਜਾਣਗੇ, ਬੈਨੀਫਿਟ ਮੈਨੂੰ ਆਉਣਗੇ, ਗੌਰਮੈਂਟ ਘਰ ਮੈਨੂੰ ਦੇ ਦੇਗੀ, ਇੱਥੇ ਦੇ ਹਰ ਚੀਜ਼ ਗੌਰਮੈਂਟ ਦੀ ਹੁੰਦੀ ਹੈ ਜੇ ਅਗਰ ਮੀਆਂ ਬੀਵੀ ਅਲੱਗ ਹੋ ਜਾਣ। ਇਹਨੂੰ ਅਹਿਮਦੀ ਔਰਤਾਂ ਨੇ ਸਮਝਾਇਆ ਸੀ। ਮੈਂ ਜਦੋਂ ਉਸ ਦਿਨਾਂ 'ਚ ਇਹਨੇ ਬੱਚੇ ਮੇਰੇ ਨਾ, ਮੇਰੀ ਬੇਟੀ ਸੀ 5-6 ਸਾਲ ਦੀ, ਉਹਨੂੰ ਪ੍ਰੋਗਰਾਮ ਆਉਂਦੇ ਸੀ ਕਾਦੀਆਨੀਆਂ ਦੇ, ਜਦੋਂ ਬੱਚਿਆਂ ਦੇ ਨਾਲ ਮਿਰਜ਼ਾ ਬੈਠਾ ਹੁੰਦਾ ਸੀ, ਤੇ ਮੈਂ ਉਹ ਵੇਖਣਾ ਮਿਰਜ਼ੇ ਦੀ ਗੁਫ਼ਤਗੂ ਬੱਚਿਆਂ ਨਾਲ। तुम नहीं तुम्हारे पीछे वाली, ऐसा तुम करके बोलता है
कि बच्चियां ना कि जुबान प्यार प्यार ना नहीं आप नहीं बेटी आपसे पिछले बैठने दो नहीं तुम नहीं तुम लाल दुपट्टे वाली नहीं पीले दुपट्टे वाली ਇਹ ਲਾਨਤੀ ਮਿਰਜ਼ਨ ਬੋਲਣ ਦੀ ਇਜਾਜ਼ਤ ਤੇ ਮੈਂ ਆਪਣੀ ਬੁੱਢੀ ਨੂੰ ਕਹਿਤਾ ਕੋਈ ਇਹ ਲੱਗਦਾ ਕਿ ਇਹ ਤੇ ਇੱਕ ਆਮ ਇਨਸਾਨ ਨਹੀਂ ਲੱਗਦਾ ਕਿ ਇਹਨੂੰ ਜਮਾਤ ਨੇ ਖਲੀਫਾ ਬਣਾਤਾ ਇਹ ਤੇ ਮੇਰੀ ਬੁੱਢੀ ਨੇ ਨਾ ਮਹੱਲੇ 'ਚ ਜਿਹੜੇ ਸਦਰਾਂ ਬੁੱਢੀਆਂ ਹੁੰਦੀਆਂ ਨੇ ਜਾਂ ਇਹ ਸਾਰੇ ਮੁਨਾਫਿਕ ਨੇ ਇਹ ਗਾਲਾਂ ਆਪ ਹੀ ਕੱਢਦੇ ਨੇ ਲੇਕਿਨ ਕਿਸੇ ਨੂੰ ਤੁੰਨਣਾ ਹੋਵੇ ਨਾ ਤੇ ਫਿਰ ਇਹ ਜਮਾਤ ਤੱਕ ਨਾ ਗੱਲ ਪਹੁੰਚਾਈ ਉਸ ਤੋਂ ਬਾਅਦ ਮੇਰੀ ਬੁੱਢੀ ਨੂੰ ਜਦੋਂ ਕਹਿਣ ਕਿ ਲੈ ਵੀ ਹੁਣ ਇਹਨੂੰ ਘਰੋਂ ਕੱਢ ਇਹ ਹੁੰਦਾ ਜਾ ਰਿਹਾ ਮੁਰਤਦ ਹੁੰਦਾ ਜਾ ਰਿਹਾ ਇਹ ਮਿਰਜ਼ਾ ਨੂੰ ਨਹੀਂ ਪਸੰਦ ਕਰਦਾ ਇਹਨਾਂ ਨੇ ਘਰ ਜਾੜਿਆ ਮੇਰਾ ਨਾ ਮੇਰੀ ਬੀਵੀ ਨਾਲ ਕੋਈ ਦੁਸ਼ਮਣੀ ਕੋਈ ਲੜਾਈ ਮੈਂ ਆਪਣੀ ਬੁੱਢੀ ਨੂੰ ਪਾਕਿਸਤਾਨ 'ਚ ਬੁਲਾਇਆ ਗਰੀਬ ਘਰ 'ਚ ਸ਼ਾਦੀ ਕੀਤੀ 4 ਬੱਚੇ ਪੈਦਾ ਕੀਤੇ ਮੇਰੀ ਤਾਂ ਕੋਈ ਲੜਾਈ ਝਗੜਾ ਨਹੀਂ ਸੀ ਅਚਾਨਕ ਖੁਦਾ ਦੀ ਕਸਮ ਹੈ ਜਿਸ ਤਰ੍ਹਾਂ ਅਚਾਨਕ ਬਾਰਿਸ਼ ਆ ਜਾਂਦੀ ਨਾ ਸੂਰਜ ਨਿਕਲਿਆ ਹੋਵੇ ਤੇ ਅਚਾਨਕ ਬੱਦਲ ਆ ਕੇ ਲੋਕ ਹੈਰਾਨ ਆ ਜਾਂਦੇ ਨੇ ਕਿ ਯਾਰ ਇਹ ਬਾਰਿਸ਼ ਦਾ ਤਾਂ ਮੌਸਮ ਨਹੀਂ ਸੀ ਹੈਗਾ ਤੇ ਇਹ ਬਾਰਿਸ਼ ਮੇਰੇ ਘਰ ਕੋਈ ਲੜਾਈ ਝਗੜਾ ਮੇਰਾ ਤੇ ਬੱਚਾ ਪੈਦਾ ਹੋਇਆ 2-2.5 ਮਹੀਨੇ ਪਹਿਲੇ ਮੇਰਾ ਲਾਸਟ ਬੱਚਾ ਪੈਦਾ ਹੋਇਆ ਤੇ ਇਹ ਮੇਰੀ ਬੀਵੀ ਨੇ ਗੇਮ ਬਣਾ ਚੁੱਕੀ ਸੀ ਕਿਉਂਕਿ ਇਹ ਮੁਨਾਫਿਕ ਅੱਲਾਹ ਤਾਲਾ ਦਾ ਇਹਨਾਂ ਦੇ ਉੱਤੇ ਅਜ਼ਾਬ ਜ਼ਰੂਰ ਗਿਰੇਗਾ ਇਨਸ਼ਾਅੱਲਾ ਕਾਦੀਆਨ ਦੀ ਜਮਾਤ ਤੇ ਇਹਨਾਂ ਨੇ ਮੇਰੀ ਬੀਵੀ ਨੂੰ ਆਪ ਤੇ ਨਹੀਂ ਮਿਰਜ਼ਾ ਨੇ ਥੱਲੇ ਏਜੰਟ ਛੱਡੇ ਨੇ ਤੋੜ ਥੱਲੇ ਤੱਕ अच्छा आपका बंदा ये कहता तौबा तौबा अस्तगफार मैं क्या अस्तगफार कहता कि बेईमान शैतान खलीफा ਇਹਦੇ ਵਾਸਤੇ ਅਸਤਗਫਾਰ ਇਹਦੇ 'ਚ ਕੋਈ ਇਨਸਾਫ ਕੋਈ ਖੁਤਬਾ ਨਹੀਂ ਪੜ੍ਹ ਸਕਦਾ ਕੋਈ ਪ੍ਰੋਗਰਾਮ ਨਹੀਂ ਕਰ ਸਕਦਾ ਕੋਈ ਇਹਨੂੰ ਬੋਲਣ ਦੀ ਤਮੀਜ਼ ਨਹੀਂ ਆ ਗਈ ਆਪਣੀ ਖਿਲਾਫਤ ਨੂੰ ਸੱਚਾ ਸਾਬਤ ਕਰਨ ਵਾਸਤੇ ਇਹਨੇ ਇਹ ਜਿਹੜੇ ਮਰੱਬੀ ਮੌਲਵੀ ਜਿਹੜੇ ਨੇ ਇਹ ਮਰੱਬੀ ਰੱਖੇ ਨੇ ਉਹ ਮੌਲ ਕੀ ਇਹਨਾਂ ਨੂੰ ਮੈਂ ਕਹਾਂ ਉਹਨਾਂ ਨੂੰ ਕੁਰਾਨ ਦਾ ਮਤਲਬ ਹੀ ਉਹ ਸਮਝਾਇਆ ਜਾਂਦਾ ਕਿ ਜਿਹਦੇ 'ਚ ਮਿਰਜ਼ਾ ਗੁਲਾਮ ਕਾਦਰ ਨੇ ਨਬੀ ਹੋਣ ਤੇ ਬਾਕੀ ਖਲੀਫਾ ਨੇ ਖਲੀਫਾ ਇਹ ਖਲੀਫਾ ਉਹ ਕਿਸੇ ਬੱਚੇ ਨੂੰ ਪੁੱਛ ਲਓ ਅਹਿਮਦੀਆਂ ਦੇ ਜਿਹੜਾ ਇੱਥੇ ਯੂਰਪ 'ਚ ਤਾਂ ਨਹੀਂ ਪਾਕਿਸਤਾਨ ਰਾਵੇ ਦੇ ਖਾਸ ਕਰਕੇ ਕਿਸੇ ਬੱਚੇ ਨੂੰ ਪੁੱਛ ਲਓ ਨਾ ਕਿ ਸਾਡੇ ਨਬੀ ਦਾ ਕੀ ਨਾਮ ਹੈ ਉਹ ਕਹੇਗਾ ਮਿਰਜ਼ਾ ਗੁਲਾਮ ਕਾਦੀਆਨੀ ਤੇ ਇਸ ਲਾਨਤ ਨਹੀਂ ਇਸ ਮਤਲਬ ਦੇ ਉੱਤੇ ਕਿ ਮਿਰਜ਼ਾ ਗੁਲਾਮ ਕਾਦੀਆਨੀ 'ਚ ਕਿਹੜੀ ਨਬੀਆਂ ਵਾਲੀ ਗੱਲਾਂ ਨੇ ਤੇ ਜਾਂ ਇਹਦੇ ਖਲੀਫਾ ਜਾਂ ਇਹਦੀ ਜਮਾਤ 'ਚ ਕਿਹੜੀਆਂ ਨਬੀਆਂ ਵਾਲੀਆਂ ਗੱਲਾਂ ਨੇ ਇਹ ਬੇਈਮਾਨ ਝੂਠੇ ਚੰਦੇ ਦੀ ਜਮਾਤ ਔਰ ਚੰਦੇ ਹੀ ਬਸ ਜਿਹੜਾ ਵੀ ਇਹਨਾਂ ਦਾ ਅਹਿਮ ਦੀ ਸਾਰੇ ਜਾਣਦੇ ਨੇ ਮੇਰੇ ਭੈਣ ਭਰਾਵਾਂ ਮੇਰੇ ਰਿਸ਼ਤੇਦਾਰ ਸਾਰੇ ਇਹਨਾਂ ਦੇ ਖਿਲਾਫ ਗੱਲ ਕਰਦੇ ਨੇ ਕਿ ਜਦੋਂ ਵੀ ਪ੍ਰੋਗਰਾਮ ਹੋਏਗਾ ਥੋੜਾ ਜਿਹਾ ਜ਼ਿਕਰ ਕਰਨਗੇ ਜੇ ਮਿਰਜ਼ਾ ਗੁਲਾਮ ਕਾਦੀਆਨੀ ਨੇ ਉਹਦੀ ਕੋਈ ਹਦੀਸ ਸੁਣਾਉਣਗੇ ਜਿਹੜੀ ਵੀ ਉਹਨੇ ਝੂਠੀਆਂ ਮੁੱਠੀਆਂ ਨੇ ਬਣਾਈਆਂ ਨੇ ਕਿ ਇੱਦਾਂ ਕੀਤਾ ਉੱਦਾਂ ਤੇ ਮਿਸਾਲਾਂ ਵੀ ਇਹ ਦੇਣਗੇ ਜਿਹਦੇ 'ਚ ਪੈਸਾ ਆਵੇ ਚੰਦਾ ਲੋਕ ਦੇਣ ਉਹ ਗਰੀਬ ਵੀ ਹੋਏਗਾ ਉਸਨੇ ਚੰਦਾ ਦਿਆ ਰਾਤ को उसके घर में बरकत उतर आई अच्छा चंदा देने नाल ਉਹਦੇ रात ਨੂੰ एक बंदा ले आया उसका इतना दौलत इतना पैसा था उसने कहा कि ये लो ये तुमसे मैंने लिया था कि उसने जमात को चंदा दे दिया था उसके पास कुछ ही नहीं रह गया था ਇਸ ਤਰ੍ਹਾਂ ਦੇ ਸਾਨੂੰ ਕਹਾਵਤਾਂ ਸੁਣਾ ਕੇ ਜਿਹੜੇ ਮਰੱਬੀ ਮੌਲਵੀ ਨੇ ਇਹਨਾਂ ਦੇ ਭੈਣ ਜੇ ਮਰੱਬੀ ਇਹ ਸਾਨੂੰ ਇਸ ਤਰ੍ਹਾਂ ਦੀਆਂ ਕਹਾਵਤਾਂ ਸੁਣਾ ਕੇ ਤੇ ਯਕੀਨ ਕਰੋ ਚੰਗਾ ਭਲਾ ਸਖਤ ਬੰਦਾ ਵੀ ਜਿਹੜਾ ਨਾ ਕਿ ਜਿਹੜਾ ਚੰਦਾ ਕਿ ਮੈਂ ਨਹੀਂ ਦੇਣਾ ਉਹਦਾ ਵੀ ਦਿਲ ਏਦਾਂ ਨਾ ਨਰਮ ਹੋ ਜਾਂਦਾ ਤਾਂ ਜੇਬ 'ਚ ਕੋਈ 10-20 ਪਾਉਂਡ ਕੱਢ ਕੇ ਫੜਾ ਹੀ ਦਿੰਦਾ ਕਿ ਆ ਲਓ ਜੇ ਫੜ ਲਓ ਇੰਨੇ ਮਰੱਬੀ ਟ੍ਰੇਨਡ ਹੈਗੇ ਨੇ ਸਿਰਫ ਮੰਗਣ ਵਾਸਤੇ ਮੈਨੂੰ ਇਹ ਕੋਈ ਅਹਿਮ ਦੀ ਦੱਸ ਦੇ ਕਿ ਕੋਈ ਇਹਨਾਂ 'ਚ ਅੱਲਾ ਜਾਂ ਅੱਲਾ ਦੇ ਰਸੂਲ ਸੱਲੱਲਾਹੁ ਵਾਲੇ ਕੰਮ ਹੈਗੇ ਨੇ ਨਹੀਂ ਮਿਰਜ਼ਾ ਗੁਲਾਮ ਕਾਦੀਆਨੀ ਵਾਲੇ ਕੰਮ ਨੇ ਮੰਗਣ ਵਾਲੇ ਮਿਰਜ਼ਾ ਗੁਲਾਮ ਕਾਦੀਆਨੀ ਐਸਾ ਨਬੀ ਆਇਆ ਸੀ ਜਿਹਨੇ ਆਉਂਦੇ ਚੰਦੇ ਬਣਾਏ ਇੱਕ ਕਹਿੰਦਾ ਕਿ ਮੈਂ ਅੱਲਾ ਨੇ ਮੈਨੂੰ ਮੁਕਰਰ ਕੀਤਾ ਲੇਕਿਨ ਉਹਨੂੰ ਅੱਲਾ ਤੇ ਯਕੀਨ ਨਹੀਂ ਹੈਗਾ ਕਿ ਅਗਰ ਅੱਲਾ ਦੀ ਜਮਾਤ ਹੈ ਤਾਂ ਅੱਲਾ ਹੀ ਚਲਾਏਗਾ ਇੱਥੇ ਮਸਜਿਦਾਂ ਬਣਦੀਆਂ ਨੇ ਇਹ ਮਸਜਿਦਾਂ ਨਹੀਂ ਇੱਕ ਇਹਨਾਂ ਦੀਆਂ ਉਹ ਹੈਗੀਆਂ ਨੇ ਸ਼ਾਖਾਂ ਨੇ ਪੈਸੇ ਬਣਾਉਣ ਵਾਲੀਆਂ ਉਹਦੇ 'ਚ ਇੱਕ ਮਰੱਬੀ ਭਰਤੀ ਕਰ ਦਿੰਦੇ ਨੇ ਲੈ ਵੀ ਸਾਰੀ ਜ਼ਿੰਦਗੀ ਮੰਗ ਇੱਥੇ ਬਹਿ ਕੇ ਲੋਕਾਂ ਨੂੰ ਬਸ ਉਹਨਾਂ ਦਾ ਜ਼ੇਨ ਓਪਨ ਨਾ ਹੋਣ ਦੇ ਜਿਹੜੇ ਛੱਪੜ 'ਚ ਜੰਮੇ ਆ ਨਾ ਅਸੀਂ ਉਸੇ ਹੀ ਛੱਪੜ 'ਚ ਮਰ ਜਾਣ ਤੇ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਉਹ ਛੱਪੜ ਦੀ ਗੰਦੀ ਸਮੈਲ ਨੂੰ ਵੀ ਬੜੀ ਅੱਛੀ ਸਮੈਲ ਸਮਝਦੇ ਹਾਂ ਕਿ ਉਹ ਜੀ ਬੜਾ ਮਜ਼ਾ ਆ ਰਿਹਾ ਬੜਾ ਅੱਛਾ ਕਿਉਂਕਿ ਮੈਂ ਮਾਰੀ ਹੈ ਸਮੁੰਦਰ ਦੇ ਵਿੱਚ ਛਾਲ ਛੱਪੜ 'ਚੋਂ ਨਿਕਲ ਕੇ ਮੈਂ ਮੁਹੰਮਦ ਸੱਲੱਲਾਹੁ ਨੂੰ ਨਬੀ ਮੰਨਿਆ ਉਹਨਾਂ ਤੋਂ ਬਾਅਦ ਸਭ ਦਜਾਲ ਝੂਠੇ ਆਪ ਇਹ ਕਹਿੰਦੇ ਜੀ ਨਬੀ ਆ ਸਕਦੇ ਨੇ ਮੁਹੰਮਦ ਸੱਲੱਲਾਹੁ ਨੇ ਫਰਮਾਇਆ ਤੇ ਉਹ ਫਰਮਾਇਆ ਮੁਹੰਮਦ ਸੱਲੱਲਾਹੁ ਨੇ ਸਿੱਧਾ ਫਰਮਾਇਆ ਕਿ ਮੇਰੇ ਬਾਅਦ ਪਤਾ ਨਹੀਂ 20 ਕੇ 40 ਕੋਈ ਇੰਨੇ ਦਜਾਲ ਆਉਣਗੇ ਜਿਹੜੇ ਝੂਠਾ ਦਾਵਾ ਕਰਨਗੇ ਨਬੀ ਦਾ ਤੇ ਮਿਰਜ਼ਾ ਗੁਲਾਮ ਕਾਦੀਆਨੀ 'ਚ ਇੱਕ ਵੀ ਹਰਕਤ ਕੋਈ ਨਬੀਆਂ ਵਾਲੀ ਨਹੀਂ ਹੈਗੀ ਸਾਰੀ ਗਾਲਾਂ ਤੇ ਸ਼ਰਾਬ ਤੇ ਕੁਸ਼ਤਿਆਂ ਤੇ ਆਪਣੀ ਜਿਸਮਾਨੀ ਤਾਕਤ ਤੇ ਮਰਦਾਨਾ ਕਮਜ਼ੋਰੀ ਦੇ ਉੱਤੇ ਇਹ ਕਿਹੜਾ ਨਬੀ ਹੈ ਭੈਣ ਜਿਹੜਾ ਆਪਣੇ ਬਿਮਾਰੀਆਂ ਲਿਖਦਾ ਕਿ ਮੈਨੂੰ ਇਹ ਬਿਮਾਰੀ ਲੱਗ ਗਈ ਇਸ ਕਰਕੇ ਮੇਰਾ ਕੋਈ ਦਿਲ ਖੱਟਾ ਹੋਇਆ ਜਦੋਂ ਮੈਂ ਜੇਲ੍ਹ ਫੜ ਕੇ ਮੈਂ ਜਵਾਤੋਂ ਕੱਢਤਾ ਮੈਂ ਹੈਰਾਨ ਹੋ ਗਿਆ
ਇਹਨਾਂ ਮਿਰਜ਼ਾ ਮਸਰੂਰ ਨੂੰ ਕਹੋ ਸਿਰ ਦੇ ਉੱਤੇ ਕੁਰਾਨੇ ਪਾਕ ਰੱਖੇ। ਸ਼ੇਖ ਤਾਰਕ ਰੱਖੇ ਜਿਹੜਾ ਸਦਰ ਸੀ ਇੱਥੋਂ, ਉਹਨਾਂ ਨੇ ਫੋਨ ਹੀ ਹੈ ਨਾ, ਕਹਿੰਦੇ ਨਹੀਂ ਇੰਨੀ ਜਲਦੀ ਜਮਾਤ ਚੋਂ ਕੱਢਦੇ ਨਹੀਂ। ਇਹ ਟੱਟੂ ਪੱਟੂ ਜਿਹੜੇ ਨਾ, ਜਿਹੜੇ ਇਹਨਾਂ ਦੇ ਚਮਚੇ ਨੇ, ਮੈਂ ਇਹਨਾਂ ਨਾਲ ਨਹੀਂ ਗੱਲ ਕਰਨਾ ਚਾਹੁੰਦਾ। ਮੇਰੇ ਨਾਲ ਮਿਰਜ਼ਾ ਕਰੇ ਉਹਨੂੰ ਮੈਂ ਜਵਾਬ ਦੇਵਾਂਗਾ, ਤੇ ਜਾਂ ਮੈਂ ਮਿਰਜ਼ਾ ਸਾਹਿਬ ਨੂੰ ਨੰਗਿਆਂ ਕਰਦੇ ਚੱਕਰ 'ਚ ਹੈਗਾ। ਮੈਨੂੰ ਮੇਰੀ ਕੋਈ ਗਰਦਨ ਧਾਰ ਦੇਗਾ, ਡਜ਼ਨਟ ਮੈਟਰ, ਮੈਨੂੰ ਕੋਈ ਪਰਵਾਹ ਨਹੀਂ। ਮੈਨੂੰ ਇੱਥੇ ਹੁਣ ਮੈਂ ਜਿੱਥੇ ਰਹਿਣਾ, ਮੇਰੇ ਆਲੇ ਦੁਆਲੇ ਸਾਰੇ ਹੀ ਕਾਦੀਆਨੀ ਰਹਿੰਦੇ ਨੇ। ਔਰ ਇਹਨਾਂ ਦਾ ਨਬੀ ਜਿਹੜਾ ਝੂਠਾ ਖਲੀਫਾ ਹੈ, ਜਿਹੜਾ ਇਹਨਾਂ ਮਿਰਜ਼ਾ ਮਸਰੂਰ, ਇਹ ਮੇਰੇ ਘਰ ਤੋਂ 1.5-2 ਕਿਲੋਮੀਟਰ ਦੂਰ ਰਹਿੰਦਾ। ਸਾਰੀ ਦੁਨੀਆ ਜਾਣਦੀ ਹੈ ਮੈਂ ਇੱਥੇ ਰਹਿਣਾ। ਮੈਂ ਇੱਥੇ ਆਪਣਾ ਅਰੇਂਜਮੈਂਟ ਕਰਕੇ ਹੁਣ ਬੈਠਾ ਹਾਂ। ਮੈਂ ਹਰ ਜਗ੍ਹਾ ਆਪਣੀ ਸਿਕਿਉਰਿਟੀ ਕਰ ਲਈ ਹੈ। ਮੈਨੂੰ ਮੇਰੇ ਵੱਲ ਵੇਖ ਵੀ ਨਹੀਂ ਸਕਦੇ, ਇਹਨਾਂ 'ਚ ਇੰਨੀ ਜ਼ਰੂਰਤ ਨਹੀਂ ਹੈਗੀ। ਮੈਂ ਪਾਗਲ ਨਹੀਂ ਹੈਗਾ। ਮੈਂ ਇੱਥੇ ਲੰਡਨ 'ਚ ਵੀ ਬੜਾ ਆਪਣਾ ਅਰੇਂਜਮੈਂਟ ਕਰਕੇ ਬੈਠਾ। ਪਾਕਿਸਤਾਨ 'ਚ ਮੈਨੂੰ ਕੋਈ ਸਿਰਫ ਆਪਣੇ ਮੁਸਲਮਾਨਾਂ ਕੋਈ ਤਾਂ ਫਸੇ ਦਾ। ਪਾਕਿਸਤਾਨ ਆਉਣਾ ਮੇਰਾ ਘਰ ਹੈ ਰੱਬ ਵਿੱਚ, ਉਹ ਮੈਂ ਉਹਨਾਂ ਕੋਲੋਂ ਜਾਂ ਤਾਂ ਮੈਂ ਉੱਥੇ ਮਸਜਿਦ ਬਣਾਵਾਂਗਾ ਤੇ ਜਾਂ ਉਹ ਮੈਂ ਵੇਚਾਂਗਾ ਉੱਥੋਂ, ਕਿਉਂਕਿ ਮੇਰੇ ਨਾਲ ਫਰਾਡ, ਇਹਨਾਂ 70-80 ਲੱਖ ਰੁਪਇਆ ਫਰਾਡ ਕੀਤਾ। ਔਰ ਇਹਨਾਂ ਉਹਨੂੰ ਪੂਰੇ ਰਵੇ ਦੀ ਸਿਕਿਉਰਿਟੀ ਦਾ ਇੰਚਾਰਜ ਬਣਾਇਆ ਰਫੀ ਠੇਕੇਦਾਰ, ਜਿਹਦਾ ਮੁੰਡਾ 400 ਸ਼ਰਾਬ ਪੀਂਦਾ ਮਰ ਗਿਆ, ਤੇ ਜਮਾਤ ਨੇ ਸਾਰੀ ਗੱਲ ਦਬਾ ਕੇ ਤੇ ਉਹਨੂੰ ਪੂਰੀ ਰਵੇ ਦੀ ਸਿਕਿਉਰਿਟੀ ਦਾ ਇੰਚਾਰਜ ਬਣਾਇਆ। ਇਹ ਅਹਿਮਦੀਓ ਇੱਕ ਏਡਾ ਮੁਨਾਫਿਕ ਲੋਕ ਨੇ। ਉਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਜੁਰਮ, ਕੋਈ ਛੋਟਾ ਮੋਟਾ ਬੀਵੀ ਨੂੰ ਚਪੇੜ ਮਾਰਦੇ ਉਹਨੂੰ ਜਮਾਤ 'ਚ ਉੱਦਾਂ ਹੀ ਨਾ ਦਵੋ, ਉਹਨੂੰ ਜਮਾਤ ਦੇ ਵਿੱਚ ਥੱਲੇ ਦਬਾ ਕੇ ਰੱਖੋ। ਜਿਹੜਾ ਜ਼ਨਾ ਕਰਦਾ ਉਹਨੂੰ ਵੱਡਾ ਅਹੁਦਾ ਮਿਲਦਾ, ਜਿਹੜਾ ਸ਼ਰਾਬ ਪੀਂਦਾ ਉਹਨੂੰ ਵੱਡਾ ਅਹੁਦਾ ਮਿਲਦਾ, ਜਿਹੜਾ ਚੋਰੀ ਧੋਖੇਬਾਜ਼ੀ ਕਰਦਾ ਉਹਨੂੰ ਵੱਡੇ ਅਹੁਦੇ ਮਿਲਦੇ ਨੇ। ਕੋਈ ਇਹਨਾਂ ਦਾ ਬੰਦਾ ਜਿਹੜਾ ਅਹੁਦਿਆਂ 'ਚ ਬੈਠਾ ਹੈ, ਉਹਦਾ DNA ਟੈਸਟ ਕਰ ਲਓ। ਅਗਰ ਉਹ ਜ਼ਨਾਈ ਨਾ ਨਿਕਲੇ ਤੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਾਂਗਾ, ਜਿੰਨਾ ਦਾ ਮੈਂ ਜ਼ਿਕਰ ਕਰਾਂਗਾ, ਕਿਉਂਕਿ ਮੈਨੂੰ ਪਤਾ ਹੈ। हाँ ये मेरे भाई सुनिया जे मामले ਜੀ ਮੈਂ ਸੁਣੀ ਸਾਰੀ ਗੱਲ। बाबा जी बंदा सच्चा वे ਉਹਦੇ ਨਾਲ ਜ਼ੁਲਮ ਬੜੇ ਹੋਏ ਜੇ, ਸਮਝ ਆਈ ਕਿ ਨਹੀਂ? ਹਜੇ ਤੇ ਇਹਨਾਂ ਦੀ ਸਾਰੀ ਸਟੋਰੀ ਮਾਮਲਾਤ ਵਾਕਫ ਹਾਂ ਮੈਂ। ਇਹ ਬੰਦਾ ਉਹ ਜਿਹੜਾ ਮੇਰੇ ਨਾਲ ਡਿਬੇਟ ਕਰਦਾ ਰਿਹਾ ਜੇ, ਜੇਲ੍ਹ ਜਾਣ ਤੋਂ ਪਹਿਲੇ ਡਿਬੇਟ ਹੁੰਦੀ ਰਹੀ ਜੇ, ਤੇ ਇਹਨਾਂ ਦੀ ਸਾਰੀ ਇੱਚੀ ਬਿੱਚੀ ਤੋਂ ਮੈਂ ਵਾਕਿਫ ਹਾਂ। ਤੇ ਇਸ ਬੰਦੇ ਨਾਲ ਜ਼ੁਲਮ ਸਿਤਮ ਬੜੇ ਹੋਏ, ਤੇ ਇਹ ਪਹਿਲੇ ਬਿਲਕੁਲ ਠੀਕ ਸਾ ਜੇ, ਬਿਲਕੁਲ ਠੀਕ ਬੰਦਾ ਸੀ, ਯਾਨੀ ਗੁਫ਼ਤਗੂ ਦਾ ਅੰਦਾਜ਼ ਵੀ ਠੀਕ, ਹਰ ਚੀਜ਼ ਨਾਰਮਲ। ਲੇਕਿਨ ਇਹ ਅੱਜ ਕੈਫੀਅਤ ਕਿਸ 'ਚ ਪਹੁੰਚ ਚੁੱਕੇ ਹੈ, ਤੇ ਕਾਦੀਆਨੀਓ ਡੁੱਬ ਕੇ ਮਰ ਜਾਓ। ਤੁਹਾਨੂੰ ਕੋਈ ਅੱਲਾ ਗਾਰਤ ਕਰੇ ਤੁਹਾਨੂੰ ਕਿ ਤੁਸੀਂ ਇੱਕ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਛੜੀਏ, ਬੇਸ਼ਰਮੋ ਜੀ। ਇਹ ਕਾਦੀਆਨੀ ਜਮਾਤ ਮਿਰਜ਼ੇ ਮਸਰੂਰ, ਜਿਹਦਾ 2 ਮਹੀਨੇ ਦਾ ਬੱਚਾ ਖੋਲਿਆ ਜਾਏ, ਇੱਕ ਹਾਂ ਬਸ ਅੱਲਾ ਪਾਕ ਤੁਹਾਨੂੰ ਸਬਰ ਦੇ ਜੀ। ਇਹ ਬੰਦਾ ਜਨਾਬ ਮੇਰੇ ਪਰਸਨਲ 'ਚ, ਮੇਰੇ ਰਾਬਤੇ 'ਚ 12-13 ਸਾਲ ਤੋਂ ਮੇਰੇ ਰਾਬਤੇ 'ਚ ਨੇ, ਤੇ ਬੜਾ ਰੋਇਆ ਯਕੀਨ, ਜਦੋਂ ਇਹ ਬੰਦਾ ਬੜਾ ਰੋਇਆ ਯਕੀਨ ਮੰਨੋ। ਵੱਲਾ ਮੈਨੂੰ ਜ਼ਾਤੀ ਤੌਰ ਤੇ ਮੈਂ ਕੁਝ ਕਰ ਹੀ ਨਹੀਂ ਸਕਦਾ, ਤੇ ਬਸ ਇਹਨਾਂ ਨੂੰ ਅੱਲਾ ਪਾਕ ਸਬਰ ਦੇਵੇ ਜੀ। ਅਸੀਂ ਹੋਰ ਕੀ ਕਰ ਸਕਦੇ ਹਾਂ? ਬੱਚਿਆਂ ਦੀ ਜਿਹੜੀ ਜੁਦਾਈ ਹੁੰਦੀ ਏ, ਉਹ ਬੜੀ ਜੁਦਾਈ ਹੁੰਦੀ ਏ, ਤੇ ਉਹ ਤੇ ਬੱਚਿਆਂ ਵਾਲੇ ਜਾਣਦੇ ਨੇ ਨਾ ਜੀ। ਇਹੋ ਜਿਹੇ ਨਾਲ ਹਥਿਆਰ ਆ ਕਿ ਬੰਦੇ ਨੂੰ ਤੋੜਨ ਦਾ, ਬੰਦੇ ਨੂੰ ਗੁਲਾਮ ਬਣਾਉਣ ਦਾ, ਕਿ ਵੀ ਇਸ ਦੁਬਾਰਾ ਉਹਨੂੰ ਦੇ ਕੇ ਹੋਰ ਸਾਰੇ ਜ਼ਿਆਦਾ ਜਿਹੜੇ ਕਾਦੀਆਂ ਨੇ ਉਹ ਤੋਂ ਮਤਲਬ ਇਬਰਤ ਪਕੜਨਗੇ ਕਿ ਅਗਰ ਕੁਝ ਕਹਿੰਦੇ। ਹਜ਼ਾਰਾਂ ਲੋਕਾਂ ਦੇ ਘਰ ਜਾੜੇ ਨੇ ਇੱਥੇ, ਉਜਾੜ ਵੀ ਰਹੇ ਨੇ। ਜਿਹੜਾ ਬੰਦਾ ਅੱਖ ਚੁੱਕਦਾ ਉਹਦਾ ਘਰ ਜਾੜ ਦਿੰਦਾ, ਜਿਹੜੇ ਬੰਦਾ ਅੱਖ ਚੁੱਕਦਾ ਜਮਾਤ ਉਹਦਾ ਘਰ ਜਾੜਦੇ। ਮਤਲਬ ਕਿ ਇਹ ਝੂਠੇ ਨੇ, ਮਕਾਰ ਨੇ, ਧੋਖੇਬਾਜ਼ ਨੇ। ਖਲੀਫਾ ਇਹਨਾਂ ਨੂੰ ਮੰਨਦੇ ਜਾਓ, ਮਿਰਜ਼ਾ ਮਸਰੂਰ ਨੂੰ ਮੰਨਦੇ ਜਾਓ ਚੁੱਪ ਕਰਕੇ। ਇਹਨਾਂ ਕੋਲ ਹੋਰ ਕੋਈ ਇਹਨਾਂ ਕੋਲ ਤਰੀਕਾ ਨਹੀਂ ਹੈਗਾ ਕਿ ਇਹ ਸਿਰਫ ਤੁਹਾਡੇ ਘਰ ਤੇ ਅੱਲਾ ਨੂੰ ਜਿਹੜਾ ਸਭ ਤੋਂ ਸਖਤ ਨਾਪਸੰਦ ਚੀਜ਼ ਹੈ ਨਾ, ਉਹ ਇਹ ਕਰਦੇ ਨੇ ਕਾਦੀਆਨੀ। ਅਹਿਮਦੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜ਼ਰਾ ਗੌਰ ਨਾਲ ਮੇਰੀ ਗੱਲ ਸੁਣੋ ਕਿ ਜੋ ਕਰਦੇ ਨੇ ਜਮਾਤ 'ਚ, ਇਹਨਾਂ ਨੇ ਸਿਸਟਮ ਨਿਜ਼ਾਮ ਬਣਾਏ ਨੇ। ਤੁਹਾਨੂੰ ਗੁਲਾਮਾਂ ਵੱਲੋਂ ਦਫ਼ਤਰਾਂ 'ਚ ਬੁਲਾਉਂਦੇ ਨੇ, ਗੁਲਾਮਾਂ ਵੱਲੋਂ ਤੁਹਾਨੂੰ ਬਾਹਰ ਕੱਢਦੇ ਨੇ। ਅਗਰ ਤੁਸੀਂ ਅੱਖ ਚੁੱਕੋ, ਤੁਹਾਡੇ ਰਿਸ਼ਤਿਆਂ 'ਚ ਖਰਾਬੀਆਂ ਪਰ ਪੈਦਾ ਕਰਨਾ ਪੈਣਗੇ, ਤੁਹਾਡੇ ਬੱਚਿਆਂ ਨੂੰ ਬਦਨਾਮ ਕਰ ਦੇਣਗੇ ਤੁਹਾਡੇ ਬਾਰੇ। ਜੇ ਐਸੀ ਟ੍ਰੇਨਿੰਗ ਰਾਜਪੂਤ ਸਾਹਿਬ, ਮੈਂ ਜਿਹੜਾ ਕੱਲ ਬੰਦਾ ਤੁਹਾਨੂੰ ਮੁਖਾਤਬ ਤੇ ਕਰਦਾ ਸੀ ਨਾ, ਮੈਂ ਆਪਣੀ 55 ਸਾਲਾ ਜ਼ਿੰਦਗੀ 'ਚ ਪਹਿਲੀ ਦਫਾ ਕਿਸੇ ਬੰਦੇ ਨੂੰ ਇਸ ਤਰ੍ਹਾਂ ਮੁਖਾਤਬ ਕਰਦਿਆਂ ਕਿਸੇ ਮਰਜ਼ਈ ਨੂੰ ਵੇਖਿਆ। ਅੱਲਾ ਗਵਾਹ ਹੈ।
ਮੈਂ ਤੇ ਹੈਰਾਨ ਹੀ ਹੋ ਗਿਆ, ਮੇਰੇ ਤੇ ਥੱਲੇ ਕੱਪੜੇ ਬਣਨ ਲੱਗੇ ਸਨ ਕਿ ਬੰਦਾ ਤੁਹਾਨੂੰ ਮੁਖਾਤਬ ਕਿਸ ਤਰ੍ਹਾਂ ਕਰਨ ਲੱਗਿਆ ਤੇ ਤੁਹਾਨੂੰ ਉਹ ਦਾਬੇ ਕਿੰਜ ਮਾਰਨ ਲੱਗੇ ਆ। ਤੇਰੇ ਹਾਰ ਦਾ ਬੰਦਾ ਚਾਹੀਦਾ ਹੀ ਨਹੀਂ ਜਮਾਤ 'ਚ, ਉਹ ਤੂੰ ਜਨਾਨੀ ਦੇ ਹੱਥ ਚੁੱਕਿਆ ਓਏ, ਫਿਰ ਤੈਨੂੰ ਕੱਢਣਾ ਹੀ ਚਾਹੀਦਾ ਸੀ। ਉਹ ਤੈਨੂੰ ਨਹੀਂ ਪਤਾ ਉਹ ਇੰਜੋ ਤੈਨੂੰ ਦਾਬੇ ਮਾਰਨ ਲੱਗਾ ਸੀ। ਮੈਂ ਕਿਹਾ ਬੰਦਾ ਨਹੀਂ ਓਏ ਤੂੰ ਅਹਿਮਦੀ ਹੈ, ਤੂੰ ਵਿਵਚਾ ਚੁੱਕਿਆ। ਇਹ ਸਾਰੇ ਟੱਟੂ ਨੇ ਇਹਨਾਂ ਦੇ ਜਿਹੜੇ ਚਮਚੇ ਨੇ ਉਹ ਨੇ, ਇਹਨਾਂ ਦੀ ਔਕਾਤ ਹੀ ਕੋਈ ਨਹੀਂ। ਇੱਥੇ ਟੈਲੀਫੋਨ ਤੋਂ ਜਿਹੜਾ ਜਿੱਥੇ ਬਹਿ ਕੇ ਅਸੀਂ ਗੱਲ ਕਰ ਰਹੇ ਇੱਥੋਂ ਥੋੜਾ ਪਰੇ ਹਟ ਕੇ ਇਹ ਤੋਂ ਬਗੈਰ ਗੱਲ ਕਰੋ ਤੇ ਇਹਨਾਂ ਦੀ ਜਾਨ ਹੀ ਨਹੀਂ ਆ ਗਈ। ਇੱਥੇ ਸਿਰਫ ਇੱਥੇ ਪਹੁੰਚ ਸਕਦੇ ਨੇ। ਇਹਨਾਂ ਕਹੋ ਕਿ ਸਾਡੇ ਉੱਤੇ ਖਲੋਕ ਮੈਂ ਗੱਲ ਕਰਨ, ਇਹਨਾਂ ਦੀ ਮੈਂ ਉੱਥੇ ਵੜ ਜਾਵਾਂਗਾ ਕਿ ਇਹਨਾਂ ਨੂੰ ਪਤਾ ਲੱਗੇ। ਇਹਨਾਂ ਦੀ ਮੈਂ ਰਿਹਾ ਐਮ ਇਹਨਾਂ ਦੇ ਨਾਲ ਕਾਦੀਆਂ ਨੇ, ਮੈਂ ਲਾਨਤ ਨਹੀਂ ਭੇਜਦਾ ਰਿਹਾ, ਮੈਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ। ਮੈਂ ਨਹੀਂ ਇਹਨਾਂ ਦੇ ਥੱਲੇ ਜੀ ਹਜ਼ੂਰ ਜੀ ਸਦਰ ਸਾਹਿਬ ਮੈਂ ਚੱਲ ਤੇਰੀ ਭੈਣ ਨੂੰ ਵੱਡਾ ਤੂੰ ਆਸਾ ਕਰ ਚੱਲ। ਕੋਈ ਐਸਐਚਓ ਵੀ ਨਹੀਂ ਗੱਲ ਕਰਦਾ ਨਾ ਕਿਸੇ ਆਮ ਪਿੰਡ ਦੇ ਬੰਦੇ ਨੂੰ ਜਿਸ ਤਰ੍ਹਾਂ ਬਦਤਮੀਜ਼ੀ ਨਾਲ ਉਹ ਦਾਬੇ ਮਾਰਦੇ। ਟ੍ਰੇਨ ਇਹਨਾਂ ਨੂੰ ਐਮ ਜਾਂਦੇ ਜ਼ੁਲਮ ਸਹਿ ਲੈਣ ਜ਼ਰਾ ਅੱਛੀ ਤਰ੍ਹਾਂ, ਫਿਰ ਇਹਨਾਂ ਦੀਆਂ ਅੱਖਾਂ ਖੁੱਲ ਚੁੱਕੀਆਂ ਨੇ। ਮੇਰੇ ਦੋਸਤ ਨੇ ਰਬਵਾ ਦੇ ਨੇ ਇੱਥੇ ਕਿਸੇ ਦਾ ਜਰਮਨੀ, ਉਹ ਮੇਰੀ ਏਜ ਨੇ, ਉਹ ਵਿਚਾਰੇ ਨਸ਼ਈ ਹੋ ਗਏ ਨੇ, ਸਿਗਰਟਾਂ ਪੀ ਯਾਰ। ਮੈਂ ਕਿਹਾ ਕੀ ਹੋਇਆ ਤੈਨੂੰ? ਉਹ ਜਮਾਤ ਆ ਮਿਰਜ਼ੇ ਦੀ ਭੈਣ ਦਾ, ਮਿਰਜ਼ੇ ਦੀ ਮਾਂ ਦਾ। ਉਹ ਮੈਂ ਕਿਹਾ ਬਸ ਗਾਲ ਨਾ ਕੱਢ, ਹੋਇਆ ਕੀ ਆ? ਮੇਨ ਕੇ ਦੇਖੋਗੇ ਲੋਕਾਂ ਨੂੰ ਪਾਗਲ ਕਰ ਦਿੱਤਾ ਇੱਥੇ ਜਾਰਜ। ਉਹਦੇ ਵੀ ਪਤਾ ਨਹੀਂ ਸ਼ਾਦੀ ਹੋਈ ਸੀ, ਉਸ ਤੋਂ ਬਾਅਦ ਉਹ ਕੁਆਰਾ ਹੀ ਆਮਰ ਭਾਈ ਮੇਰੀ ਬੈਟਰੀ ਡਾਊਨ ਹੈ ਨਾ, ਹੋ ਸਕਦਾ ਬੰਦ ਹੋ ਜਾਵੇ। ਕਦੇ ਬੰਦ ਹੋ ਗਿਆ ਤੇ ਤੁਸੀਂ ਆਪਣੀ ਲਾਈਵ ਲਾ ਲੈਣਾ। ਚਲੋ ਤੁਹਾਡੇ ਕੋਲ ਜਿਵੇਂ ਟਾਈਮ ਵੀ ਕਾਫੀ ਹੋ ਰਿਹਾ, ਬੰਦ ਕਰਨ ਦਾ ਕੋਈ ਮਸਲਾ ਹਾਂ ਨਾ ਕਦੇ ਨਾ ਬੈਟਰੀ ਡਾਊਨ ਹੈ ਨਾ, ਅਸੀਂ ਉੱਠਿਆ ਕਦੇ ਬੰਦ ਹੋਇਆ ਤੇ ਇਹ ਰਾਜਪੂਤ ਭਾਈ ਨੂੰ ਲੈ ਜਾਣਾ ਤੇ ਉੱਥੇ ਥੋੜਾ ਜਿਹਾ ਇਹਨਾਂ ਨੂੰ ਬਸ ਇਹ ਰਿਕੁਐਸਟ ਕਰ ਦਿਓ ਕਿ ਸਾਨੂੰ ਫਾਲੋ ਕਰ ਲਓ, ਤਿੰਨਾਂ ਚੋਂ ਬੰਦਿਆਂ ਨੂੰ, ਮੁਫਤੀ ਸਾਹਿਬ ਨੂੰ, ਮੈਨੂੰ, ਜਾ ਭਾਈ ਨੂੰ, ਜਿੱਥੇ ਅਸੀਂ ਨਜ਼ਰੀ ਜਾਂਦੀ ਨਾ, ਤੇ ਤੁਸੀਂ ਸਾਡੇ ਨਾਲ ਰਹਿ ਕੇ ਗੱਲ ਕਰੋ। ਤੇ ਜਿਹੜਾ ਮਲਵਈ ਆਉਂਦਾ ਉਹਨੂੰ ਕਹੋ ਵੀ ਇੱਥੇ ਆ ਕੇ ਸਾਡੇ ਨਾਲ ਗੱਲ ਕਰ, ਜਿਸ ਤਰ੍ਹਾਂ ਕੱਲ ਉਹ ਤੁਹਾਡੇ ਨਾਲ ਗਲਤ ਗੱਲ ਕਰਨ ਲੱਗਾ ਸੀ। ਇਹ ਮੈਂ ਬਰਾੜ ਤੇ ਹੁੰਦਾ ਤੇ ਮੈਂ ਉਹਦੀ ਖਵਾਜੇ ਦੀ ਐਸੀ ਮੰਜੀ ਠੋਕੜੀ ਸੀ, ਮੈਂ ਉਹਨੇ ਯਾਦ ਕਰਨਾ ਸੀ। ਉੱਥੇ ਨਿਸ਼ਾਨ ਉੱਤੇ ਚੜਿਆ ਪਰ ਉਹਨੇ ਸਹੀ ਮੇਰੀ ਮਰਜ਼ੀ ਦੀ ਗੱਲ ਨਹੀਂ ਕੀਤੀ, ਉਹਨੂੰ ਸਵਾਲ ਕਰਨ ਵਾਲਾ ਸੀ ਉਸ ਤਕਦੀਰ ਖਾਜੀ ਨੂੰ ਵੀ ਜਿੰਨੇ ਤੂੰ ਫਤਵੇ ਦੇਣ ਲੱਗਾ ਤੇ ਜਿੰਨੇ ਤੂੰ ਦਾਬੇ ਮਾਰਨ ਲੱਗਾ ਕਿ ਬਈ ਜ਼ਨਾਨੀ ਤੇ ਹੱਥ ਚੁੱਕਦਾ ਹੈ, ਜ਼ਨਾਨੀ ਨੂੰ ਚਪੇੜ ਮਾਰਦੀ ਏ ਤੇ ਸਮਾਨ ਡਿੱਗ ਪਿਆ ਤੇ ਜ਼ਮੀਨ ਸ਼ੱਕ ਹੋ ਗਈ ਹੈ ਕਿਉਂਕਿ ਇਹਨੇ ਚਪੇੜ ਮਾਰਤੀ ਏ। ਤੇ ਕਿਆ ਤੁਹਾਡੇ ਮਿਰਜ਼ੇ ਕਦੇ ਨਹੀਂ ਅਗਰ ਕੋਈ ਹੋਰ ਅਹਿਮਦੀ ਨਹੀਂ ਮਾਰਦਾ ਫਿਰ ਤੇ ਮੇਰੇ ਤੇ ਲਾਨਤ ਕਿ ਮੈਂ ਅਹਿਮਦੀ ਹੋ ਕੇ ਤੇ ਕਿਹੜਾ ਕ੍ਰਾਈਮ ਕਰ ਦਿੱਤਾ ਹੈ। ਪਹਿਲਾ ਹੀ ਵਾਕਿਆ ਤੇ ਜੇ ਪਹਿਲੇ ਵੀ ਵਾਕਿਆ ਹੁੰਦਾ ਤੇ ਫਿਰ ਮੈਂ ਹੁਣ ਇੱਥੇ ਗੰਦੀ ਗੱਲ ਸੀ, ਮੈਨੂੰ ਇਜਾਜ਼ਤ ਪਤਾ ਨਹੀਂ ਹੈ ਕਿ ਨਹੀਂ ਹੈ, ਫਿਰ ਮਿਰਜ਼ੇ ਦੀ ਧੀ ਦੇ ਉੱਤੇ ਇਹੋ ਜਿਹੀਆਂ ਹੁਣ ਜਿਹੜੀਆਂ ਮਰਦਾਂ ਦੇ ਅੱਗੇ ਜ਼ਬਾਨ ਚਲਾਣ ਜਾਂ ਉਹਨਾਂ ਨੂੰ ਇਸ ਤਰ੍ਹਾਂ ਮੁਖਾਤਬ ਕਰਕੇ ਆਖਣ ਵੀ ਮੈਂ ਯਾਰ ਨੂੰ ਮਿਲ ਕੇ ਆ ਰਹੀ ਹਾਂ ਜੋ ਕਰਨ, ਉਹਨਾਂ ਦੇ ਬਾਰੇ ਕੁਰਾਨ ਵੀ ਇਹ ਆਂਦਾ ਹੈ। ਤਾਂ ਖੁਦ ਮਿਰਜ਼ਾ ਇਹ ਬੇਗੈਰਤ ਵਾਕਈ ਨਹੀਂ ਮਾਰਦੇ। ਇਹਨਾਂ ਦੀਆਂ ਬੁੱਢੀਆਂ ਇੱਕ ਦੂਸਰੇ ਨਾਲ ਸਵੈਪ ਹੁੰਦੀਆਂ ਨੇ, ਰਾਤ ਗੁਜ਼ਾਰ ਕੇ ਆਉਂਦੀਆਂ ਨੇ। ਇਹ ਨਹੀਂ ਕੁਝ ਕਹਿੰਦੇ, ਉਹਨੇ ਸਹੀ ਕਿਹਾ ਕੋਈ ਤੂੰ ਬੁੱਢੀ ਨੂੰ ਮਾਰਤਾ, ਉਹ ਸਿਰਫ ਯਾਰ ਨੂੰ ਮਿਲ ਕੇ ਆਈ ਹੈ। ਸਾਡੀ ਬੁੱਢੀ ਤੇ 2-2 ਰਾਤਾਂ ਗੁਜ਼ਾਰ ਕੇ ਆਈ, ਅਸੀਂ ਨਹੀਂ ਮਾਰਿਆ, ਤੂੰ ਕੈਸਾ ਅਹਿਮਦੀ ਹੈ? ਉਹਨੇ ਸਹੀ ਕਿਹਾ, ਤੁਹਾਨੂੰ ਸਮਝ ਨਹੀਂ ਲੱਗੀ। ਫਿਰ ਇਹ ਦਯੂਸ ਹੈ ਨਾ, ਸੇਮ ਇਹੋ ਹੀ ਗੱਲ ਲਈ ਕਵਾਨ ਨੇ ਵੀ ਕਹੀ ਸੀ। ਤੇਰੀ ਬੁੱਢੀ ਵਾਲੇ ਨਜ਼ੀਰ ਸਾਹਿਬ, ਹਾਂਜੀ ਸੇਮ ਇਹੋ ਹੀ ਗੱਲ ਲਈ ਕਵਾਨ ਵੀ ਕਹਿੰਦਾ ਹੈ, ਯਾਦ ਹੋਏਗਾ ਤੁਹਾਨੂੰ। ਜੀ ਸਤਰਾ ਸੁਰਾ ਕੋਈ ਆ ਕੇ ਹੁੰਦੀਆਂ ਨੇ। ਮੈਂ ਲੈ ਮਿਰਜ਼ੇ ਨੂੰ ਕਹ ਕਰਾਂ ਤੇ ਹੱਥ ਰੱਖ ਕੇ ਸਾਹਮਣੇ ਬੈਠ ਗੱਲ ਕਰ। ਰਾਜਾ ਸਾਹਿਬ ਥੋੜਾ ਜਿਹਾ ਹੌਲਾ ਰੱਖੋ ਯਾਰ, ਨਾ ਕਰੋ ਪਲੀਜ਼। ਦਫਾ ਕਰੋ। ਪਰ ਕਹਿਣ ਦਾ ਮਕਸਦ ਇਹ ਵੇ ਇਹ ਐਸੀਆਂ ਗੱਲਾਂ ਕਰਦੇ ਨੇ ਜਿਹੜੀਆਂ ਗੱਲਾਂ ਇਹਨਾਂ ਦੇ ਆਪਣੇ ਯਾਨੀ ਕਿ ਮਿਰਜ਼ੇ ਦੀ ਤਾਲੀਮ ਨਹੀਂ ਹੈ ਨਾ, ਉਹਦੇ ਖਲੀਫਿਆਂ ਦੀ ਤਾਲੀਮ ਨਹੀਂ ਹੈ। ਇਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਇਹ ਤਾਂ ਕਰ ਸਕਦੇ ਨੇ ਜਿਸ ਵੇਲੇ ਉਹ ਕੱਲ ਮਸਲਨ ਜਮਾਤ ਦੇ ਜੀ 4 ਬੰਦੇ ਬਹਿ ਕੇ ਨਾ ਆਪਸ ਦੀ ਗੱਲ ਕਰ ਰਹੇ ਨੇ ਤੇ ਮੇਰੀ ਸਮਝ ਦੇ ਮੁਤਾਬਕ ਤੁਹਾਡੇ ਨਾਲ ਉੱਥੇ ਬਹੁਤ ਸਖਤ ਜ਼ਿਆਦਤੀ ਕੀਤੀ ਗਈ ਹੈ ਔਰ ਉਹ ਨਹੀਂ ਸੀ ਹੋਣੀ ਚਾਹੀਦੀ, ਕਿਉਂਕਿ ਉਹ ਬੰਦਾ ਜਿਹੜਾ ਉਹ ਦਾਬੇ ਮਾਰਦਾ ਸੀ ਤੁਹਾਡੇ ਨਾਲ ਬਦਤਮੀਜ਼ੀਆਂ, ਤੁਸੀਂ ਆਲਰੇਡੀ ਡਿਪਰੈਸ ਹੋ। ਅੱਗੋਂ ਉਹਨੇ ਜਿਹੜੇ ਜਿਸ ਤਰ੍ਹਾਂ ਤੁਹਾਡੇ ਨਾਲ ਬਿਹੇਵ ਕੀਤਾ ਹੈ ਮੇਰੀ ਨਜ਼ਰ 'ਚ ਤੁਹਾਡੇ ਨਾਲ ਸਖਤ ਜ਼ਿਆਦਤੀ ਕੀਤੀ ਹੈ। ਮਾਂ ਉਹਦੀਆਂ ਭੈਣਾਂ ਉਹ ਪੈਂਟਾਂ ਪਾ ਕੇ ਜਾਂਦੀਆਂ ਨੇ ਕਿਸੇ ਦਫ਼ਤਰ ਦੇ ਵਿੱਚ, ਉੱਥੇ 4-5 ਘੰਟੇ ਰਹਿ ਕੇ ਆਉਂਦੀਆਂ ਨੇ। ਉਹ ਇਹ ਚੀਜ਼ਾਂ ਨੂੰ ਬੁਰਿਆ ਨਹੀਂ ਸਮਝਦੇ। ਤੇ ਮੈਨੂੰ ਉਹਨਾਂ ਕਿਹਾ ਕਿ ਤੂੰ ਤੇਰੀ ਬੁੱਢੀ ਸਿਰਫ ਮਿਲ ਕੇ ਹੀ ਆਈ ਆ, ਕੱਪੜੇ ਪਾਏ ਨੇ ਬਾਹਰ ਕਿਤੇ ਪਾਰਕ 'ਚ ਮਿਲ ਕੇ ਆਈ ਹੋਣੀ ਆ, ਤੇ ਤੂੰ ਮਾਰਿਆ, ਤੂੰ ਕਹਿ ਸਹਿਮਦੀ ਹੈ? ਸਾਡੇ ਤੇ ਇਜਾਜ਼ਤ ਹੈ ਕਿ ਬੁੱਢੀ 2-4 ਰਾਤਾਂ ਵੀ ਰਹਿ ਵਿੱਚ ਉਹਨੂੰ ਨਹੀਂ ਮਾਰੀਦਾ, ਤੂੰ ਕਿੱਦਾਂ ਦਾ ਅਹਿਮਦੀ ਹੈ? ਐਸ ਕਰਕੇ ਉਹਨੇ ਸਹੀ ਗੱਲ ਕੀਤੀ ਹੈ ਕਿ ਮੈਂ ਤੇ ਨਹੀਂ ਇਹ ਗੱਲ ਬਰਦਾਸ਼ਤ ਕੀਤੀ। ਇਹ ਇਹਨਾਂ ਅਹਿਮ ਦੀਆਂ ਬੁੱਢੀਆਂ ਵੇਖ ਲਓ ਇੱਥੇ ਕਾਸੇ ਡਰਾਮੇ ਕਸਮ। ਮੈਂ ਕਹਿੰਦਾ ਕਿ ਜੰਨਤ 'ਚ ਜਿਹੜੀਆਂ ਹੋਰਾਂ ਵੇਖੀਆਂ, ਜਿਹੜੀਆਂ ਹੋਰਾਂ ਇਹਨਾਂ ਦੀਆਂ ਵੇਖੀ ਦੀਆਂ ਨਾ, ਮੈਂ ਪਾਗਲ ਹੋ ਜਾਣਾ ਕਸਮ।
ਉਹ ਆਨੇ ਨੇ ਕਿ ਸਾਡੇ ਨਾਲ ਅਸਮਾਨੀ ਤਇਦਾਤ ਨੇ, ਇਹ ਪੜੋ ਥੱਲੇ, ਅਸਮਾਨੀ ਤਇਦਾਤ ਸਾਡੇ ਨਾਲ ਨੇ, ਤੁਸੀਂ ਕੁਝ ਨਹੀਂ ਸਾਡਾ। ਦੇਖੋ ਅਸਮਾਨੀ ਤਇਦ ਇਹਨਾਂ ਦੇ ਨਾਲ, ਇਹਨਾਂ ਨੂੰ ਪਾਕਿਸਤਾਨ ਜੋ ਕਹਿੰਦੇ ਨੇ ਸਲਾਮ ਅਲੈਕਮ ਆਖੀ ਤੇ 295 ਲੱਗ ਜਾਂਦੀ। ਅਸਮਾਨੀ ਤਇਦਾਤ ਨਾਲ ਵੱਡੀ ਵੇਖੀ ਕਦੇ ਕਿ ਬੰਦਾ ਸਲਾਮ ਅਲੈਕਮ ਨਹੀਂ ਕਹਿ ਸਕਦਾ। ਕੈਸੀ ਅਸਮਾਨੀ ਤਇਦ? ਹਾਂ ਪਤਾ ਨਹੀਂ ਕਿਹੜੀ ਕੌਮ ਹੈ ਯਾਰ, ਮੈਂ ਤੇ ਕੌਮ ਕੁਰਾਨ ਛਿੱਤਰ ਪੈਂਦਿਆਂ ਵਾਰ ਨਹੀਂ ਆਉਂਦੀ ਤੇ ਮੂੰਹ ਨਾਲ ਕਹੀ ਜਾਣਗੇ ਅਸਮਾਨੀ ਤਇਦਾਤ ਮਾਰੇ ਸਾਹਮਣੇ। ਅੱਲਾ ਦੇ ਖਲੀਫਾ ਨੂੰ ਕੋਈ ਅਕਲ ਨਹੀਂ ਹੈਗੀ, ਉਹ ਬੋਲ ਨਹੀਂ ਸਕਦਾ, ਉਹ ਤੋਤਾ ਪੋਤਾ ਬਣ ਕੇ ਇੱਕ ਖੁਤਬੇ ਦਾ ਇੰਤਜ਼ਾਰ ਕਰ ਦਿੰਦਾ ਕਿ ਹਫ਼ਤੇ ਬਾਅਦ ਇੱਕ ਖੁਤਬਾ ਪੜ੍ਹਨਾ, ਬਾਕੀ ਬਸ ਏਦਾਂ ਅੱਖਾਂ ਜਿਸ ਤਰ੍ਹਾਂ ਡੇਲੇ ਕੱਢ ਕੇ ਬੱਚਿਆਂ ਨਾਲ, ਤੁਮ ਇੱਥੇ ਨਹੀਂ ਉੱਥੇ ਬੈਠ ਜਾਓ, ਇੱਧਰ ਆਓ, ਤੁਮ ਉੱਧਰ ਹੋ ਜਾਓ, तुम्हारा नाम क्या है, अच्छा। ਇਹਦੀ ਕਦੀ ਗੁਫ਼ਤਗੂ ਸੁਣੀ ਜਾਂ ਮਿਰਜ਼ਾ ਮਸਰੂਰ ਦੀ? ਬੜਾ ਸੁਣਨੇ ਆ, ਬੜਾ ਜਾਣਨੇ ਆ ਕਿ ਸੁਣ ਕੇ ਬੱਚਾ ਨਿਕਲ ਪੈ ਆਏਗੇ। ਮੈਂ ਕਸਮ ਖੁਦਾ ਦੀ ਕੋਈ ਆਮਦੀ ਉਹਨੂੰ ਨਹੀਂ ਪਸੰਦ ਕਰਦਾ। ਉਹ ਇੱਕ ਹੁੰਦਾ ਨਾ ਕਿ ਜ਼ਬਰਦਸਤੀ ਤੁਹਾਡੇ ਗਲੇ 'ਚ ਕੋਈ ਚੀਜ਼ ਪਾ ਦੋ, ਤੁਸੀਂ ਮਜਬੂਰ ਜੇ ਯਾਰ ਚਲੋ ਥੋੜੀ ਦੇਰ ਚੁੱਕੀ ਰੱਖ ਕੇ ਤਾਂ। ਅੱਛਾ, ਉਹ ਵਰਕਾ ਵੇਖ ਕੇ ਬੋਲਦਾ, ਪੜਦਾ ਉੱਤੋਂ ਵੇਖ ਕੇ, ਤੇ ਇਹ ਜਿਹੜੇ ਇੱਥੇ ਟਿਕਟਾਕ ਤੇ ਲੱਗੇ ਫਿਰਦੇ ਨੇ, ਇਹਨਾਂ 'ਚ ਕੋਈ ਹੈ ਜਿਹੜਾ ਆਪਣੇ ਮੂੰਹ 'ਚ ਗੱਲ ਕੱਢ ਲਵੇ ਜਾਂ ਆਪਣੇ ਅੰਦਰੋਂ ਕੋਈ ਗੱਲ ਕੱਢ ਕੇ ਕਰ ਲਵੇ? ਕਿਸੇ ਭਾਰਤ ਪੜਨ ਸ਼ੁਰੂ ਹੋ ਜਾਣਗੇ। ਇਹ ਦੇਖੇ ਉਹਨਾਂ ਨੇ यहाँ पर ये फरमाया है। ਮਿਰਜ਼ਾ ਦੀਆਂ ਕਿਤਾਬਾਂ ਨਾ ਜਿਹੜੀਆਂ ਰੂਹਾਨੀ ਫਲਾਣੇ ਖੁਦਾਇਆਂ ਤੇ ਇੱਧਰ ਉੱਧਰ, ਉਹਨਾਂ ਨੇ ਜਿਹੜੇ ਬਹਿੰਦੇ ਆ ਨਾ, ਇਹ ਮੇਰੇ ਤੇ ਤੁਹਾਡੇ ਵਾਰੂ ਤੁਰਦੇ ਫਿਰਦੇ ਆਣ ਕੇ ਬਹਿ ਕੇ ਨਹੀਂ, ਅਸੀਂ ਤਾਂ ਜ਼ਬਾਨੇ ਬਗੈਰ ਸੋਚੇ ਸਮਝੇ ਗੱਲ ਕਰੀ ਜਾ ਰਹੇ ਨਾ। ਇਹਨਾਂ ਨੇ ਬੜਾ ਮੁਤਾਲਿਆ ਕਰਦੇ ਨੇ ਕਿ ਇਹ ਸਵਾਲ ਹੋ ਸਕਦੇ ਨੇ, ਉੱਥੇ ਨੰਬਰ ਲਾਏ ਹੁੰਦੇ, ਜਲਦੀ ਤੇ ਪੜ੍ਹਦੇ ਨੇ, 4-5 ਬੰਦੇ ਬੈਠੇ ਹੁੰਦੇ ਨੇ, ਇਕੱਲਾ ਨਹੀਂ ਗੱਲ ਕਰ ਸਕਦਾ। ਮੈਂ ਤੇ ਕੱਲਾ ਬਹਿ ਗੱਲ ਕਰ ਰਿਹਾ ਨਾ, ਮੇਰੇ ਕੋਲ ਕੋਈ ਕਿਤਾਬ ਨਹੀਂ, ਕੋਈ ਨਹੀਂ, ਜੋ ਮੇਰੇ ਨਾਲ ਬੀਤੀ ਇਹ ਮੇਰੀ ਰਿਐਲਿਟੀ ਰੀਅਲ ਮੈਂ ਗੱਲਾਂ ਕਰ ਰਿਹਾ। ਇਹ ਕਰਦੇ ਝੂਠੀਆਂ, ਝੂਠ ਕੇ ਸੱਚੇ ਨੂੰ ਦਬਾ ਦੇਣਗੇ ਤੇ ਝੂਠ ਨੂੰ ਪ੍ਰਮੋਟ ਦੇਣਗੇ। ਐਮ ਦੀ ਜਿਹੜੇ ਨੇ ਸਾਰੀ ਜਮਾਤ ਜਾਣਦੀ ਹੈ, ਸਭ ਲੋਕ ਇਹਨਾਂ ਕੋਲ ਤੰਗ ਨੇ। ਮੈਂ ਬੋਲਿਆ, ਮੈਂ ਐਮ ਨੂੰ ਸਿਰਫ ਇਹ ਕਹਿਣਾ ਚਾਹੁੰਦਾ ਕਿ ਅੱਲਾ ਤੇ ਅੱਲਾ ਦੇ ਰਸੂਲ ਸੱਲਮ ਤੋਂ ਇਲਾਵਾ ਕਿਸੇ ਦੀ ਇਤਾਅਤ ਨਾ ਕਰੋ, ਨਾ ਡਰੋ। ਇਹ ਠੀਕ ਹੋ ਗਿਆ। ਹਾਂ ਰਾਜਪੂਤ ਸਾਹਿਬ ਰੈਸਟ ਕਰ ਲਓ, ਤੁਸੀਂ ਹਿੰਮਤ ਦੇਵੇ, ਦਲੇਰੀ ਦੇਵੇ। ਇਹ ਤੁਸੀਂ ਲੰਮੀ ਜੰਗ ਲੜਨੀ ਹੈ, ਇਹ ਤੁਸੀਂ ਸ਼ੁਰੂ ਹੋ ਰਹੇ ਹੋ ਤੇ ਅੱਲਾਹ ਪਾਕ ਤੁਹਾਡੀ ਮਦਦ ਕਰੇ। ਦਿਨ ਚੋਂ ਹੁਣ ਮੈਂ ਆਪ ਇਹਨਾਂ ਦੇ ਜਿਹੜੇ ਪ੍ਰੂਫ ਦੇ ਨਾਲ ਜਿਹੜੇ ਕਹਿੰਦੇ ਨੇ ਇਹ ਝੂਠਾ ਆ, ਇਹ ਝੂਠ ਨਹੀਂ ਬੋਲਦਾ, ਉਸ ਵਕਤ ਫਿਰ ਇਹ ਕਹਿਣ ਦੋ ਅਸੀਂ ਨਿਬੜ ਲਾਂਗੇ। ਤੁਸੀਂ ਨਾਸ਼ਤਾ ਕਰੋ ਤੇ ਇੱਕ ਬੰਦਾ ਆਇਆ, ਮੈਨੂੰ ਇਹਦੇ ਨਾਲ ਗੱਲ ਕਰ ਲੈਣ ਦਿਓ। ਤੁਸੀਂ ਥੋੜਾ ਹੁਣ ਰਿਲੈਕਸ ਹੋ ਜਾਓ। ਤੁਸੀਂ ਜ਼ਾਹਿਰ ਸੁਬਾਹ ਹੀ ਉੱਠੇ ਹੋ। ਤੁਸੀਂ ਯੂਕੇ ਹੁੰਦੇ ਹੋ? ਕਿੱਥੇ ਹੁੰਦੇ ਤੁਸੀਂ? ਜੀ ਮੈਂ ਯੂਕੇ ਮਿਰਜ਼ਾ ਜਿਹੜਾ ਹਜ਼ਰਤ ਠੀਕ ਮੈਂ ਠੀਕ, ਕੋਈ ਨਹੀਂ ਲੋੜ ਮੈਨੂੰ ਲੋਕੇਸ਼ਨ ਦੀ ਲੋੜ ਪਰ ਮੈਂ ਇੰਨਾ ਹੀ ਕਾਫੀ। ਤੁਸੀਂ ਯੂਕੇ, ਮੈਂ ਸਮਝਿਆ ਸਵੀਡਨ ਵਾਲੇ ਪਾਸੇ, ਨਾਰਵੇ ਵਾਲੇ ਪਾਸੇ। ਚਲ ਠੀਕ ਹੋ ਗਿਆ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਆਏ ਨੇ ਆਬਦ ਸਾਹਿਬ ਸੁਣਾਓ ਕੀ ਹਾਲ ਚਾਲ ਨੇ? ਜੀ ਜਨਾਬ, ਠੀਕ ਹੋ? ਮੈਂ ਸੁਣ ਰਿਹਾ ਸੀ ਕਿ ਤੁਸੀਂ ਕੁਝ ਅਹਿਮਦੀਆ ਦੇ ਔਰਤਾਂ ਦੇ ਬਾਰੇ ਚ ਕੁਝ ਗੱਲਾਂ ਕਰ ਰਹੇ ਸੀ ਤੇ ਮੈਂ ਅਹਿਮਦੀਆਂ ਦੀਆਂ ਔਰਤਾਂ ਨੂੰ ਚੰਡ ਮਾਰ ਦਈਏ ਤੇ ਜਮਾਤ ਚੋਂ ਕੱਢ ਦਿੰਦੇ ਨੇ। ਇਹ ਬੰਦਾ ਕਹਿੰਦਾ ਵੀ ਮੈਂ ਚੰਡ ਮਾਰਤੀ ਬੀਬੀ ਨੂੰ ਤੇ ਉਹਨੇ ਜਮਾਤ ਚੋਂ ਕੱਢਤਾ। ਇਹ ਚੰਡ ਮਾਰਨ ਦੀ ਇਜਾਜ਼ਤ ਨਹੀਂ ਦਿੰਦੇ ਅਹਿਮਦੀ? ਨਹੀਂ, ਬਿਲਾ ਵਜ੍ਹਾ ਤੇ ਤੁਸੀਂ ਕਿਸੇ ਨੂੰ ਚੰਡ ਨਹੀਂ ਮਾਰ ਸਕਦੇ ਨਾ। ਬਿਲਾ ਵਜ੍ਹਾ ਮਾਰਨਾ ਕੌਣ ਹੈ? ਕਿਸੇ ਨੂੰ ਹਲਕੇ ਕੁੱਤੇ ਵੱਡੇ, ਕਿਸੇ ਨੂੰ ਬਿਲਾ ਵਜ੍ਹਾ ਮਾਰਨਾ? ਮੈਂ ਪੁੱਛ ਰਿਹਾ ਅਗਰ ਵਜ੍ਹਾ ਹੋਵੇ ਜੈਨੂਇਨ ਤੇ ਔਰਤ ਨੂੰ ਚੰਡ ਧੱਫਾ ਮਾਰਨ ਦੀ ਇਜਾਜ਼ਤ ਨਹੀਂ ਹੈ ਜਮਾਤ ਅਹਿਮਦੀਆ ਚ? ਨਹੀਂ, ਸਭ ਤੋਂ ਪਹਿਲੇ ਇਹ ਹੁੰਦਾ ਕਿ ਅਗਰ ਕਿਸੇ ਕੋਲ ਅਣਜਾਣੇ ਕੋਲ ਕੋਈ ਗਲਤੀ ਹੋ ਜਾਏ ਤਾਂ ਉਹਦਾ ਬਿਹਤਰੀਨ ਤਰੀਕਾ ਉਹਨੂੰ ਸਮਝਾ ਦਿੱਤਾ ਜਾਏ। ਠੀਕ ਹੈ ਨਾ, ਉਹ ਤੇ ਗਲਤੀ ਨਾਲ ਹੋ ਜਾਏ, ਕਿਸੇ ਕੋਲ ਮਿਸਟੇਕ ਹੋ ਜਾਏ ਤਾਂ ਉਹਨੂੰ ਤਾਂ ਦੱਸੀਦਾ ਨਾ। ਤੇ ਜਿਹੜੀ ਅੱਗੇ ਛਾਤੀ ਤਾਣ ਕੇ ਆ ਕੇ ਆਖਿਆ ਮੈਂ ਆਪਣੇ ਯਾਰ ਨੂੰ ਮਿਲ ਕੇ ਆ ਰਹੀ ਹਾਂ, ਕਰ ਲੈ ਜੋ ਕਰਨਾ ਹੀ, ਉਹਨੂੰ ਸਮਝਾਓਗੇ? ਕੀ ਸਮਝਾਓਗੇ ਉਹਨੂੰ? ਨਹੀਂ, ਉਹ ਤੇ ਫਿਰ ਤੁਸੀਂ ਸਮਝਾਉਣ ਦੇ ਕਾਬਲ, ਤੁਸੀਂ ਉਹਨੂੰ ਵੀ ਸਮਝਾ ਸਕਦੇ ਹੋ ਕਿ ਤੇਰੇ ਕੋਲ ਇੱਕ ਦਫਾ ਗਲਤੀ ਹੋ ਗਈ ਹੈ, ਤੂੰ ਅੱਲਾਹ ਕੋਲੋਂ ਤੋਬਾ ਇਸਤਗਫਾਰ 2 ਰਕਾਤ ਨਮਾਜ਼ ਸਲਾਤੇ ਤੋਬਾ ਪੜ੍ਹ ਤੇ ਆਇੰਦਾ ਇਸ ਕੰਮ ਕੋਲੋਂ ਮਾਫੀ ਮੰਗ, ਅੱਲਾਹ ਕੋਲੋਂ ਆਇੰਦਾ ਵਾਸਤੇ ਤੋਬਾ ਕਰ, ਇਸ ਕੰਮ ਤੋਂ ਬਾਅਦ ਆ ਜਾ। ਲੋ ਆਪੇ ਸਾਹਿਬ ਇੰਜੀ ਸਮਝਾਉਂਦੇ ਹੁੰਦੇ ਜੇ ਬਈ। ਠੀਕ ਹੈ ਆਹੋ, ਤੇ ਉਹ ਸਹੀ ਦੱਸ ਰਹੇ ਨੇ। ਇਹਨਾਂ ਦੇ ਖਲੀਫੇ ਨੇ ਵੀ ਕਿਹਾ ਸੀ ਨਾ, ਹਦੀਸ ਨੂੰ ਦੇਖੋ ਟਕਰਾ ਰਹੇ ਹੋ। ਹਦੀਸ ਆਪ ਸਾਹਿਬ ਆਪ ਨਹੀਂ ਕਹਿ ਰਹੇ, ਇਹਨਾਂ ਦੇ ਖਲੀਫੇ ਨੇ ਵੀ ਇਹੀ ਕਿਹਾ ਸੀ ਨਿਦਾ ਨਸਰ ਨੂੰ ਵੀ ਚੱਲ ਚੁੱਪ ਕਰ ਜਾ, ਜੇ ਤੇਨਾ ਜ਼ਨਾ ਹੋ ਵੀ ਗਿਆ ਤਾਂ ਖੈਰ ਉਹਨਾਂ ਨੂੰ ਤੌਬਾ ਸ਼ੌਬਾ ਕਰ ਲਈ ਹੋਣੀ। ਨਹੀਂ, ਜਣੇ ਨੇ ਮਾਫੀ ਮੰਗਣੀ। ਇੱਕ ਮਿੰਟ ਆਬਦ ਸਾਹਿਬ, ਜੇ ਜ਼ਨਾਨੀ ਬੁਰਾਈ ਕਰਕੇ ਆਵੇ ਤੇ ਆ ਕੇ ਜਣੇ ਨੂੰ ਅੱਖਾਂ ਕੱਢੇ ਤੇ ਜਣੇ ਨੂੰ ਚਾਹੀਦਾ ਤੋਬਾ ਕਰੇ ਕਿ ਜਨਾਨੀ ਨੂੰ ਚਾਹੀਦਾ ਤੋਬਾ ਇਸਤਗਫਾਰ ਕਰੇ? ਐਮ ਦੀ ਜਮਾਤ ਅਗਰ ਕਿਸੇ ਦੀ ਵਾਈਫ ਕੋਲੋਂ ਇੱਕ ਦਫਾ ਅਣਜਾਣੇ ਵਿੱਚ ਨਾ ਕਿਸ ਤਰ੍ਹਾਂ ਵੀ ਮਤਲਬ ਹੈ ਕਿ ਗਲਤੀ ਹੋ ਗਈ ਇਸ ਤਰ੍ਹਾਂ ਦੀ, ਠੀਕ ਹੈ, ਘਰ ਵਾਲੇ ਨੂੰ ਪਤਾ ਚੱਲ ਗਿਆ, ਉਹਦੀ ਵਾਈਫ ਪੇਸ਼ਾਵਾਰ ਇਸ ਤਰ੍ਹਾਂ ਨਹੀਂ ਮਤਲਬ ਕੰਮ ਨਹੀਂ ਕਰਦੀ, ਉਹਦੇ ਬਾਅਦ ਤਲਕਾਤ ਨਹੀਂ ਹੁੰਦੇ, ਇੱਕ ਆਧ ਦਫਾ ਹੋ ਗਿਆ
ਤੇ ਅਗਰ ਉਹ ਹਸਬੈਂਡ ਉਹਨੂੰ ਕਵੇ ਕਿ ਤੂੰ ਅੱਲਾਹ ਕੋਲੋਂ ਮਾਫੀ ਮੰਗ ਤੇ ਅੰਦਾ ਵਾਸਤੇ ਤੋਬਾ ਕਰ ਤੇ ਇਸ ਕੰਮ ਤੋਂ ਬਾਅਦ ਆ ਜਾ, ਪਰ ਉਹ ਵਾਅਦਾ ਕਰ ਲੈਣੀ ਹੈ ਤੇ ਠੀਕ ਹੈ, ਉਹਨੂੰ ਮਾਫ ਕੀਤਾ ਜਾ ਸਕਦਾ ਹੈ। ਹਸਬੈਂਡ ਉਹਨੂੰ ਕਵੇ ਬਈ ਮਾਫੀ ਮੰਗ, ਮੈਂ ਕਿਹਾ ਹਸਬੈਂਡ ਨੇ ਆਪੂ ਮਾਫੀ ਮੰਗਣੀ ਹੈ। ਨਹੀਂ ਹਸਬੈਂਡ ਔਰਤ ਨੇ ਸਭ ਤੋਂ ਪਹਿਲੇ ਅੱਲਾਹ ਕੋਲੋਂ ਮਾਫੀ ਮੰਗਣੀ ਹੈ ਤੇ ਫਿਰ ਆਪਣੇ ਹਸਬੈਂਡ ਕੋਲੋਂ ਤੇ ਮੰਗਣੀ ਜੇ ਹੈ। ਔਰਤ ਆਖੇ ਕਿਹੜੀ ਮਾਫੀ, ਕੋਈ ਨਹੀਂ ਮੈਂ ਮਾਫੀ ਮੰਗਣੀ, ਮੈਂ ਜੋ ਕੀਤਾ ਠੀਕ ਕੀਤਾ, ਜਾ ਜੋ ਹੁੰਦਾ ਹੀ ਕਰ ਲੈ। ਫਿਰ ਨਹੀਂ ਜੇ ਅਗਰ ਔਰਤ ਕਹਿੰਦੀ ਹੈ ਕਿ ਮੈਂ ਇਹ ਕੀਤਾ ਹੀ ਨਹੀਂ, ਮੇਰੇ ਤੇ ਇਲਜ਼ਾਮ ਹੈ, ਮੇਰੇ ਮੁਖਾਲਫ ਨੇ ਇਲਜ਼ਾਮ ਲਾ ਯਾਰ ਰਹੇ ਮੈਂ ਨੇ, ਕੋਈ ਹੋਰ ਸਵਾਲ ਕਰਨਾ, ਤੂੰ ਕੋਈ ਹੋਰ ਸਵਾਲ ਕਰਨਾ। ਮੈਂ ਕਹਿੰਦਾ ਵੀ ਔਰਤ ਕਹਿੰਦੀ ਹੋਵੇ ਕਿ ਮੈਂ ਕੀਤਾ ਹੀ, ਜੋ ਹੁੰਦਾ ਹੀ ਕਰ ਲੈ, ਤੂੰ ਕਹਿੰਦਾ ਨਹੀਂ ਜੇ ਔਰਤ ਕਵੇ ਕਿ ਮੈਂ ਨਹੀਂ ਕੀਤਾ, ਮੈਂ ਸਵਾਲ ਹੋਰ ਕਰਨਾ। ਤੂੰ ਔਰਤ ਅੱਗੋਂ ਆਕੜਦੀ ਹੈ, ਕਹਿੰਦੀ ਹੈ ਠੀਕ ਹੈ ਮੈਂ ਜਿਹੜਾ ਬਾਤ ਬੁਰਾਈ ਕਰਕੇ ਆਈ ਹੈ ਠੀਕ ਹੈ, ਜਾ ਤੂੰ ਕੀ ਕਰੇਗਾ, ਮੈਂ ਇੰਦਾ ਵੀ ਕਰਾਂਗੀ। ਹਾਂਜੀ ਉਹਦਾ ਕੀ ਕਰੇ ਬੰਦਾ? ਨਹੀਂ ਉਹਦਾ ਤੇ ਫਿਰ ਉਹੀ ਰਸਤਾ, ਉਹਨੂੰ ਤੇ 9-2-11 ਹੀ ਕਰਨਾ ਪਏਗਾ। ਫਿਰ ਕੀ ਕਰਨਾ ਪਏਗਾ? 9-2-11 ਬਗਾਣਾ ਹੀ ਪਏਗਾ, ਮਤਲਬ ਤਲਾਕ ਉਸਨੇ ਖਤਮ ਕਰਨਾ ਪਏਗਾ, ਤਲਾਕ ਹੀ ਦੇਣੀ ਪਏਗੀ। ਕਿਉਂਕਿ ਹੁਣ ਬੱਚੇ ਬੁੱਚੇ ਹੁੰਦੇ ਨੇ ਲੋਕਾਂ ਦੇ। ਐਜ਼ ਏ ਮੁਸਲਮਾਨ ਤੁਸੀਂ ਦਯੂਸ ਬਣ ਕੇ ਨਹੀਂ ਰਹਿ ਸਕਦੇ। ਅਗਰ ਦਯੂਸ ਬਣ ਕੇ ਬਰਦਾਸ਼ਤ ਕਰੋਗੇ, ਬੀਵੀ ਬਾਹਰ ਜਾ ਰਹੀ ਹੈ ਖੁੱਲਮ ਖੁੱਲਾ ਮਰਦਾਂ ਨਾਲ ਗੱਲਾਂ ਕਰ ਰਹੀ, ਉਹ ਬੰਦਾ ਜੰਨਤ ਵਿੱਚ ਨਹੀਂ ਜਾ ਸਕਦਾ। ਫਿਰ ਉਹ ਠੀਕ ਹੈ, ਉਹ ਤੇ ਚੰਗੀ ਗੱਲ ਹੈ ਜਿਹੜਾ ਕਹਿਣਾ ਯਾਰ। ਨਾ ਮੈਂ ਨਜ਼ੀਰ ਭਾਈ ਇਹਨਾਂ ਕੋਲ ਇਹ ਵੀ ਪੁੱਛ ਲਿਆ ਜੇ ਕਿ ਉਹ ਹੁਰਮਤ ਬੀਬੀ ਨੂੰ ਤਾਂ ਹੀ ਮਿਰਜ਼ਾ ਕਾਦੀਆਨੀ ਨੇ ਤਲਾਕ ਦਿੱਤੀ ਸੀ। ਇਹ ਪੁੱਛਣਾ ਮੈਂ ਤਾਂ ਜੀ ਕਿ ਬਈ ਜੇ ਔਰਤ ਇੰਜ ਕਰੇ ਤੇ ਯਾਰ ਜੋ ਬੱਚੇ ਵੀ ਹੋਣ ਆਬਦ ਸਾਹਿਬ। ਅੱਛਾ ਯਾਰ ਸਾਰੇ ਐਡ ਨਾ ਕਰੋ, ਮਿਊਟ ਕਰੋ ਇੱਕ ਮਿੰਟ। ਮੈਂ ਤਾਂ ਕਹਿੰਦਾ ਹਰ ਬੰਦੇ ਦੇ ਵਿੱਚ ਫੌਰਨ 9-2-11 ਕਰਨ ਦੀ ਤਾਕਤ ਨਹੀਂ ਹੁੰਦੀ ਹੈ। ਹਰ ਬੰਦਾ ਇੰਨਾ ਦਲੇਰ, ਫਿਰ ਕਿਸੇ ਦੇ ਬੱਚੇ ਹੋਣ, ਫੈਮਿਲੀ ਪੂਰੀ ਟੁੱਟਦੀ ਹੈ। ਇਹ ਜਿਹੜੀ ਮੀਆਂ ਬੀਵੀ ਹੋਣ ਤੇ 2 ਮਿੰਟ 'ਚ ਰਿਸ਼ਤਾ ਮੁੱਕ ਜਾਂਦਾ ਹੈ, ਤੇ ਜੇ 3-4 ਬੱਚੇ ਹੋਣ ਦਿਲ ਕਰਦਾ ਕਿਸਦਾ? ਬੜੇ ਗੈਰਤਮੰਦ ਬੰਦੇ ਜਿਹੜੇ ਨੇ ਉਹ ਕੰਪਰੋਮਾਈਜ਼ ਕਰਨਾ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਮੈਂ ਬੱਚਿਆਂ ਨੂੰ ਜਿਹੜਾ ਉਹ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਾਂ। ਸੋ ਦੱਸ ਬਈ ਇਹਦਾ ਹੱਲ ਕੀ ਹੈ ਅਗਰ ਕੋਈ ਬੰਦਾ ਇਸ ਤਰ੍ਹਾਂ ਫਸ ਜੇ ਸੂਰਤ ਹਾਲ 'ਚ? ਨਹੀਂ ਅਗਰ ਬੱਚੇ 6 ਵੀ ਕਿਉਂ ਨਾ ਹੋਣ, ਅਗਰ ਉਹਦੀ ਬੀਵੀ ਦੀ ਆਦਤ ਹੈ, ਇੱਕ ਮਤਲਬ ਹੈ ਕਿ ਉਹ ਬਾਹਰ ਜਾਂਦੀ ਹੈ, ਬਾਅਦ ਨਹੀਂ ਆਉਂਦੀ ਹਸਬੈਂਡ ਅੱਗੋਂ ਆਕੜਦੀ ਵੀ ਹੈ ਕਿ ਮੈਂ ਤੇ ਜਾਵਾਂਗੀ, ਮੇਰੇ ਤਾਂ ਗੁਜ਼ਾਰਾ ਹੀ ਨਹੀਂ ਹੁੰਦਾ ਜਦ ਤੱਕ ਮੈਂ ਬਾਹਰ ਮਰਦਾ ਨਾ ਮਿਲ ਨਾ ਲਵਾਂ। ਐਸੀ ਔਰਤ ਵਿੱਚੋਂ ਅਗਰ ਕਿਸੇ ਦੇ 6 ਵੀ ਬੱਚੇ ਨੇ, ਉਹਦੇ ਵਾਸਤੇ ਲਾਜ਼ਮਨ ਹੋ ਜਾਣਾ ਹੈ ਕਿ ਉਹ ਆਪਣੀ ਬੀਵੀ ਨੂੰ ਤਲਾਕ ਦੇਵੇ। ਅਗਰ ਉਹ ਇਸ ਚੀਜ਼ ਨੂੰ ਬਰਦਾਸ਼ਤ ਕਰਦਾ ਮਰ ਗਿਆ ਤਾਂ ਉਹ ਜੰਨਤ 'ਚ ਨਹੀਂ ਜਾਏਗਾ, ਜਹੰਨਮ ਵਿੱਚ ਜਾਏਗਾ। ਲੋਕ ਇਹਨੂੰ ਇੱਕ ਮਿੰਟ ਥੋੜਾ ਜਿਹਾ ਨਾ ਥੱਲੇ ਕਰ ਲਓ, ਰਿਡਿਊਸ ਕਰ ਲਓ ਇਹਨੂੰ। ਇੱਕ ਔਰਤ ਉਹ ਬਦਕਾਰੀ ਨਹੀਂ ਕਰਦੀ, ਵੈਸੇ ਬਦਤਮੀਜ਼ੀ ਕਰਦੀ ਹੈ ਖਾਮਦ ਨਾਲ, ਗਾਲਾਂ ਕੱਢਦੀ ਹੈ ਅੱਗੋਂ ਉਹਦੇ ਨਾਲ, ਉਹਦੇ ਭੈਣਾਂ ਭਰਾਵਾਂ ਨੂੰ, ਉਹਦੇ ਮਾਂ ਪਿਓ ਨੂੰ ਗਾਲਾਂ ਕੱਢਦੀ, ਘਰ ਦੇ ਵਿੱਚ ਉਹਨੇ ਇੱਕ ਸਕੂਨ ਤਬਾਹ ਕੀਤਾ ਹੈ। ਉਸ ਔਰਤ ਨੂੰ ਖਾਮਦ ਕੀ ਕਰੇ? ਜਿਹੜੀ ਔਰਤ ਕੁੱਤੀ ਹੈ, ਮਤਲਬ ਗਾਲਮ ਗਲੋਚ ਕਰਦੀ ਹੈ, ਬਦਤਮੀਜ਼ੀ ਕਰਦੀ ਹੈ, ਹਸਬੈਂਡ ਨੂੰ ਸਮਝਦੀ ਕੁਛ ਨਹੀਂ, ਨੌਕਰ ਜੁੱਤੀ ਦੇ ਬਰਾਬਰ ਸਮਝਦੀ ਹੈ, ਉਹਨੂੰ ਵੀ ਮਰਦ ਨੂੰ ਚਾਹੀਦਾ ਹੈ ਕਿ ਸਮਝਾਏ, ਇੱਕ ਇਸਲਾਮੀ ਤਰੀਕੇ ਨਾਲ ਸਮਝਾਏ ਕਿ ਇਸਲਾਮ ਇਹ ਜਾਇਜ਼ ਨਹੀਂ ਹੈ, ਤੂੰ ਇਸ ਤਰ੍ਹਾਂ ਕਰ ਰਹੀ ਹੈ। ਖਾਵਨ ਦਾ ਤੇ ਸ਼ੋਹਰ ਦਾ ਬਹੁਤ ਬੜਾ ਮਕਾਮ ਹੈ ਇਸਲਾਮ ਵਿੱਚ, ਤੂੰ ਮੇਰੇ ਨਾਲ ਦੇਖ ਬਦਤਮੀਜ਼ੀ ਕਰ ਰਹੀ ਹੈ। ਅਗਰ ਉਹ ਸਮਝ ਜਾਏ, ਇਨ ਫਿਊਚਰ ਮਾਫੀ ਮੰਗ ਲੈ, ਤੋਬਾ ਕਰ ਲੈ, ਉਹਨੂੰ ਮਾਫ ਕੀਤਾ ਜਾ ਸਕਣਾ, ਉਹਦੇ ਨਾਲ ਰਿਹਾ ਜਾ ਸਕਣਾ। ਅਗਰ ਉਹ ਬਾਤ ਨਹੀਂ ਆਉਂਦੀ, ਕੰਟੀਨਿਊਸਲੀ ਜਾਰੀ ਰੱਖਦੀ ਹੈ, ਤੇ ਉਹਨੂੰ ਵੀ ਤਲਾਕ ਦੇਣਾ ਇਸਲਾਮ ਵਿੱਚ ਲਾਜ਼ਮੀ ਹੋ ਜਾਂਦਾ। ਅਗਰ ਤੁਸੀਂ ਇਹ ਬਰਦਾਸ਼ਤ ਕਰੋਗੇ ਐਜ਼ ਏ ਮੁਸਲਮਾਨ, ਤੁਹਾਡੀ ਕੋਈ ਦੁਆ ਕਬੂਲ ਨਹੀਂ ਹੋਏਗਾ। ਮੈਂ ਨਹੀਂ ਕਹਿ ਰਿਹਾ। ਆਬਦ ਸਾਹਿਬ ਦੇਖੋ ਕਿੰਨੇ ਬੰਦੇ ਐਡ ਅਪ ਕਰਨਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਰੋਕਿਆ। ਛੋਟੀ ਗੱਲ ਕਰੋ। ਇੱਕ ਹੋ ਗਈ ਨਸੀਹਤ ਕਰਨੀ, ਠੀਕ ਹੈ, ਇੱਕ ਹੁੰਦਾ ਇਸ ਤੋਂ ਅਗਲਾ ਕੋਈ ਮਰਲਾ। ਨਸੀਹਤ ਨੂੰ ਨਹੀਂ ਸਮਝਦੇ ਫਿਰ ਕੀ ਕੀਤਾ ਜਾ ਸਕਦਾ ਹੈ? ਦੀਨ ਇਸਲਾਮ ਕੀ ਕਹਿੰਦਾ? ਤਲਾਕ ਐਸੀ ਜਿਹੜੀ ਘਰ ਨੂੰ ਗਾਲਾਂ ਦਿੰਦੀ ਹੈ, ਬਦਤਮੀਜ਼ੀ ਕਰਦੀ ਹੈ, ਉਹਦਾ ਵੀ ਬਿਹਤਰੀਨ ਔਰ ਇਸਲਾਮੀ ਹੱਲ। ਅੱਛਾ ਕੁਰਾਨ ਖੋਲੋ, ਸੂਰਾ ਨਿਸਾ ਖੋਲੋ, 35 ਨੰਬਰ ਆਇਤ ਖੋਲੋ। ਅੱਛਾ ਇੱਕ ਮਿੰਟ, ਮੈਂ ਗੂਗਲ ਕ੍ਰੋਮ ਆਨ ਕਰ ਲੈਂਦੇ। ਗੂਗਲ ਕਰਾਮ ਪਾਗਲ ਉਹਨੂੰ ਪਤਾ, ਮੈਂ ਦੱਸਣਾ ਅੱਜ ਇਹ ਆਪਣੇ ਸੋਫੀਆ ਸਿਸਟਰ ਜੇ ਥੱਲੇ ਹੋਣ ਤੇ ਉਹਨਾਂ ਨੂੰ ਯਾਰ ਲੈ ਲੈਣਾ ਸ਼ਾਸਤਰ ਜਗ੍ਹਾ ਬਣਾ ਕੇ। ਇਹਨਾਂ ਨੇ ਜ਼ਿਆਦਾ ਗੱਲ ਕੀਤੀ ਹੈ। ਇਹ ਵੀ ਹੋ ਸਕਦਾ ਨਾ, ਉਹ ਕਹੇਗਾ ਜਿਹੜਾ ਤੁਸੀਂ ਦੱਸ ਰਹੇ ਹੋ ਨਾ ਕੁਰਾਨ ਪਾਕ ਦਾ ਤਰਜਮਾ ਮਫਹੂਮ, ਤੇ ਅਸੀਂ ਪੈ ਕਾਦੀਆਨੀਆਂ ਕੋਲ ਜਾਵਾਂਗਾ ਪੁੱਛਣ। ਤੁਸੀਂ ਮੈਂ ਮੁਸਲਮਾਨ ਹੀ ਪੇਸ਼ ਕਰਾਂਗਾ ਉਸਮਾਨ ਭਾਈ। ਮੈਨੂੰ ਕੀ ਸਮਝ ਆਇਆ? ਮੇਰੀ ਦਾੜੀ ਚਿੱਟੀ ਹੋ ਗਈ ਕਿ ਧੁੱਪੇ ਬਹਿ ਕੇ। ਦੇਖੋ ਬਦਤਮੀਜ਼ ਔਰ ਬਦਕਾਰ ਦਾ ਅੰਜਾਮ ਤਲਾਕ ਹੁੰਦਾ ਹੈ ਇਸਲਾਮ ਵਿੱਚ। ਚੁੱਪ ਕਰ ਜਾ ਇੱਕ ਮਿੰਟ। ਇਸਲਾਮ ਤੁਹਾਨੂੰ ਹੁਕਮ ਦਿੰਦਾ ਹੈ ਇਹਨਾਂ ਦੋਵਾਂ ਨੂੰ ਤਲਾਕ ਦੇਣ ਦਾ। ਯਾਰ ਖਲੋ ਜਾ ਇੱਕ ਮਿੰਟ, ਤੂੰ ਗੂਗਲ ਕਰਾਮ ਆਬਦ ਸਾਹਿਬ ਖੋਲੋ ਤੇ ਉਹ 35 ਨੰਬਰ ਆਇਤ ਖੋਲੋ। ਨਿਸਾ ਉਰਦੂ ਟ੍ਰਾਂਸਲੇਸ਼ਨ। ਲਓ ਜੀ ਆ ਗਈ ਹੈ ਦਾਵਤ ਇਸਲਾਮੀ ਵਾਲਿਆਂ ਦੀ ਵੈਬਸਾਈਟ ਪਹਿਲੇ ਨੰਬਰ ਤੇ। ਯਾਰ ਕੋਈ ਵੀ ਵੈਬਸਾਈਟ ਹੈ, ਕੁਰਾਨ ਦਾ ਤਰਜਮਾ ਦੱਸੋ ਨਹੀਂ ਹੈ ਨਾ। ਸੂਰਾ ਨਿਸਾ ਆਇਤ ਨੰਬਰ 35 ਪੜੋ ਵਾਲਾ ਅਰ-ਰਿਜਾਲ ਕਵਾਮੂਨ ਅਲਾ ਨਿਸਾ। ਤੂੰ ਪੜਨਾ ਸ਼ੁਰੂ ਕਰੋ। नहीं ये तो नहीं शुरू हो रही, वह तो इन खिफ्तुम तो शुरू हो रही है। वह इन खिफ्तुम। ये कितने नंबर आयत खोल लिया?
35 ਨੰਬਰ ਕਿੰਨੇ ਨੰਬਰ 35 ਆਪਾਂ ਲਿਖੇ ਹੈ ਸੂਰਜ इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं।